ਸਾਰੇ ਸਟੂਡੈਂਟਸ ਨੂੰ ਸਤਿ ਸ੍ਰੀ ਅਕਾਲ ਤੇ ਮੇਰੀ ਕਲਾਸ ਦੇ ਵਿੱਚ ਵੈਲਕਮ ਆ ਸਾਰਿਆਂ ਦਾ। ਮਾਈਸੈਲਫ ਸਰ ਨੇ ਮੈਨੂੰ ਇੰਟਰੋਡਿਊਸ ਕਰਾਤਾ। ਮਾਈਸੈਲਫ ਰਾਕੇਸ਼ ਡੱਲਾ ਫਰੋਮ ਗਵਰਨਮੈਂਟ ITI ਮੋਹਾਲੀ ਅੰਡਰ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ। ਸੋ ਅੱਜ ਦਾ ਜਿਹੜਾ ਮੇਰਾ ਟੌਪਿਕ ਹੈਗਾ ਦੈਟ ਇਜ਼ ਫੈਕਟਰਸ ਅਫੈਕਟਿੰਗ ਪ੍ਰੋਡਕਟਿਵਿਟੀ। ਸੋ ਸਬਜੈਕਟ ਇੰਪਲੋਏਬਿਲਿਟੀ ਸਕਿੱਲਸ ਆ ਜਿਹਨੂੰ ਆਪਾਂ ਕੰਟੀਨਿਊ ਕਰਦੇ ਪਏ ਆ। ਉਹਦੇ ਵਿੱਚ ਅਸੀਂ ਚੈਪਟਰ ਸਟਾਰਟ ਕੀਤਾ ਸੀਗਾ ਮੇਨਟੇਨਿੰਗ ਐਫੀਸ਼ੀਐਂਸੀ ਐਟ ਵਰਕ ਪਲੇਸ। ਉਹਦੇ ਵਿੱਚ ਜਿਹੜਾ ਇਹਦਾ ਟੌਪਿਕ ਸੀਗਾ ਦੈਟ ਵਾਜ਼ ਪ੍ਰੋਡਕਟਿਵਿਟੀ ਐਂਡ GDP। ਪਿਛਲੇ ਲੈਕਚਰ ਦੇ ਵਿੱਚ ਕਾਫੀ ਬੱਚਿਆਂ ਨੇ ਮੇਰੇ ਨਾਲ ਜੁਆਇਨ ਕੀਤਾ ਸੀਗਾ। ਉਹਨਾਂ ਨੂੰ ਮੈਂ ਪ੍ਰੋਡਕਟਿਵਿਟੀ ਕੀ ਹੁੰਦੀ ਹੈ ਉਹ ਐਕਸਪਲੇਨ ਕਰ ਦਿੱਤਾ ਸੀਗਾ ਔਰ GDP ਕੀ ਹੁੰਦੀ ਹੈ ਐਕਸਪਲੇਨ ਕਰ ਦਿੱਤਾ ਸੀ। ਹੁਣ ਨੈਕਸਟ ਆਪਾਂ ਇਹਦਾ ਸੈਸ਼ਨ ਕੰਟੀਨਿਊ ਕਰ ਰਹੇ ਹਾਂ ਦੈਟ ਇਜ਼ ਮੇਨਟੇਨਿੰਗ ਫੈਕਟਰਸ ਅਫੈਕਟਿੰਗ ਪ੍ਰੋਡਕਟਿਵਿਟੀ। ਥੋੜਾ ਜਿਹਾ ਅਸੀਂ ਰੀਕਾਲ ਕਰ ਲਈਏ ਕਿ ਅਸੀਂ ਪਿਛਲੀ ਕਲਾਸ ਦੇ ਵਿੱਚ ਕੀ ਕੀ ਪੜ੍ਹਿਆ ਸੀ। ਕੁਝ ਬੱਚਿਆਂ ਨੇ ਨਵਾਂ ਜੁਆਇਨ ਕੀਤਾ ਹੈ, ਕੁਝ ਇੱਕ ਪੁਰਾਣੇ ਵਿੱਚ ਬੈਠੇ ਹੋਏ ਆ। ਪਾਰਟਿਸਪੈਂਟਸ ਵੀ ਪਹਿਲਾਂ ਜੁਆਇਨ ਕਰ ਚੁੱਕੇ ਸੀਗੇ। ਸੋ ਸਭ ਤੋਂ ਪਹਿਲਾਂ ਅਸੀਂ ਕੀਤਾ ਸੀਗਾ ਡੈਫੀਨੇਸ਼ਨ ਆਫ ਪ੍ਰੋਡਕਟਿਵਿਟੀ। ਪ੍ਰੋਡਕਟਿਵਿਟੀ ਨੂੰ ਕਿਹੜੇ ਤਰੀਕੇ ਨਾਲ ਅਸੀਂ ਪ੍ਰੋਡਕਟ ਡਿਫਾਈਨ ਕਰਦੇ ਹਾਂ। ਧਿਆਨ ਨਾਲ ਸੁਣਨਾ ਸਾਰਿਆਂ ਨੇ। ਪ੍ਰੋਡਕਟਿਵਿਟੀ ਇਜ਼ ਬੇਸਿਕਲੀ ਇਜ਼ ਦੀ ਰੇਸ਼ੀਓ ਆਫ output to input. Thank you. So definition ਸੀਗੀ output to input। ਅਸੀਂ ਮੈਕਸਿਮਮ ਆਊਟਪੁੱਟ ਦੇਣੀ ਆ ਮਿਨੀਮਮ ਆਊਟਪੁੱਟ ਦੇ ਕੇ। ਰਿਸੋਰਸਿਸ ਜਿਹੜੇ ਹੈਗੇ ਆ ਉਹ ਮਿਨੀਮਮ ਹੋਣੇ ਚਾਹੀਦੇ ਆ। ਜਿਹੜਾ ਸਾਡਾ ਪ੍ਰੋਡਕਟ ਹੈ ਆਊਟਪੁੱਟ ਹੈਗਾ ਉਹ ਮੈਕਸਿਮਮ ਹੋਣਾ ਚਾਹੀਦਾ। ਡੈਫੀਨੇਸ਼ਨ ਮੈਂ ਡਿਸਕਸ ਕਰ ਲਈ ਸੀ ਪਿਛਲੇ ਸੈਸ਼ਨ ਦੇ ਵਿੱਚ। ਨੈਸੈਸਿਟੀ ਆਫ ਪ੍ਰੋਡਕਟਿਵਿਟੀ, ਪ੍ਰੋਡਕਟਿਵਿਟੀ ਦੀ ਜ਼ਰੂਰਤ ਕਿਉਂ ਪੈ ਗਈ ਸੀ ਇਹ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਨੈਕਸਟ ਇਜ਼ ਗ੍ਰੋਸ ਡੋਮੈਸਟਿਕ ਪ੍ਰੋਡਕਟ GDP ਨੂੰ ਬੜੀ ਡਿਟੇਲ ਦੇ ਨਾਲ ਅਸੀਂ ਲੈਕਚਰ ਪਿਛਲੇ 'ਚ ਡਿਸਕਸ ਕਰ ਲਿਆ ਸੀ। ਬੈਨੀਫਿਟਸ ਆਫ ਪ੍ਰੋਡਕਟਿਵਿਟੀ ਵੀ ਅਸੀਂ ਡਿਸਕਸ ਕਰ ਚੁੱਕੇ ਸੀ। ਇੰਡੀਵਿਜੂਅਲ ਨੂੰ ਕੀ ਬੈਨੀਫਿਟਸ ਨੇ, ਸੋਸਾਇਟੀ ਨੂੰ ਕੀ ਬੈਨੀਫਿਟਸ ਨੇ, ਨੇਸ਼ਨਸ ਨੂੰ ਕੀ ਬੈਨੀਫਿਟਸ ਨੇ ਔਰ ਇੰਡਸਟਰੀ ਨੂੰ ਪ੍ਰੋਡਕਟਿਵਿਟੀ ਦੇ ਕੀ ਬੈਨੀਫਿਟਸ ਨੇ। ਇਹ ਸਾਰੇ ਪੁਆਇੰਟਸ ਅਸੀਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕਰ ਲਏ ਸੀਗੇ। ਸੋ ਅਸੀਂ ਅੱਜ ਅੱਗੇ ਚੱਲਦੇ ਹਾਂ। ਹੁਣ ਅਸੀਂ ਇਹ ਦੇਖਣਾ ਕਿ ਉਹ ਕਿਹੜੇ ਫੈਕਟਰਸ ਨੇ ਜਿਹਦੇ ਨਾਲ ਪ੍ਰੋਡਕਟਿਵਿਟੀ ਅਫੈਕਟ ਕਰਦੀ ਆ। ਇੰਡਸਟਰੀ ਦੇ ਵਿੱਚ ਜਾ ਕੇ ਤੁਸੀਂ ਜਦੋਂ ਜੁਆਇਨ ਕਰਨਾ ਆ ਜਾਂ ਕਈ ਲੋਕ ਇੰਡਸਟਰੀ ਦੇ ਵਿੱਚ ਹੁਣ ਵੀ ਕੰਮ ਕਰਦੇ ਪਏ ਆ, ਉੱਥੇ ਬਹੁਤ ਫੈਕਟਰਸ ਮੈਟਰ ਕਰਦੇ ਨੇ ਜਿਹੜੇ ਪ੍ਰੋਡਕਟਿਵਿਟੀ ਨੂੰ ਇਨਕਰੀਜ਼ ਕਰਦੇ ਨੇ। ਸਾਡੀ ਜਿਹੜੀ ਪ੍ਰੋਡਕਸ਼ਨ ਰੇਟ ਹੈਗਾ, ਕੁਆਲਿਟੀ ਪ੍ਰੋਡਕਸ਼ਨ ਆ, ਉਹਨੂੰ ਇਨਕਰੀਜ਼ ਕਰਦੇ ਨੇ। ਉਹ ਵਾਲੇ ਫੈਕਟਰਸ ਅਸੀਂ ਅੱਜ ਡਿਸਕਸ ਕਰਨੇ ਨੇ ਕਿ ਕਿਹੜੇ ਕਿਹੜੇ ਨੇ। 5 ਫੈਕਟਰਸ ਮੈਂ ਮੇਜਰ ਲਿਖੇ ਹੋਏ ਨੇ। ਇਹਨਾਂ ਤੋਂ ਇਲਾਵਾ ਕਈ ਹੋਰ ਫੈਕਟਰਸ ਵੀ ਹੁੰਦੇ ਨੇ ਪਰ ਇਹ 5 ਜਿਹੜੇ ਮੈਂ ਫੈਕਟਰਸ ਲਿਖੇ ਹੋਏ ਇਹਨਾਂ ਦਾ ਮੇਜਰ ਰੋਲ ਹੈਗਾ। 1 is skill, working aids, environment, automation and motivation। ਇਹ 5 ਫੈਕਟਰਸ ਨੇ। ਸਕਿੱਲ, ਵਰਕਿੰਗ ਏਡਸ, ਇਨਵਾਇਰਮੈਂਟ, ਆਟੋਮੇਸ਼ਨ ਐਂਡ ਮੋਟੀਵੇਸ਼ਨ। ਇਹ 5 ਨੂੰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਮੈਂ ਇਲੈਬੋਰੇਟ ਕਰਕੇ ਦੱਸਦਾ ਸਾਨੂੰ ਵਿਦ ਐਗਜ਼ਾਮਪਲਸ ਵੀ ਕਿਸ ਤਰੀਕੇ ਦੇ ਨਾਲ ਇਹ ਫੈਕਟਰ ਜਿਹੜੇ ਆ ਪ੍ਰੋਡਕਟਿਵਿਟੀ ਨੂੰ ਅਫੈਕਟ ਕਰਨਗੇ, ਕਿਸ ਤਰ੍ਹਾਂ ਇਹ ਫੈਕਟਰਸ ਦੇ ਨਾਲ ਜਿਹੜੀ ਪ੍ਰੋਡਕਟਿਵਿਟੀ ਆ ਉਹ ਇਨਕਰੀਜ਼ ਹੋ ਜਾਏਗੀ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਸਕਿੱਲਸ। ਸਕਿੱਲ ਇੱਕ ਬੇਟਾ ਕੋਈ ਵੀ ਵਰਕਰ ਜਿਹੜਾ ਹੈਗਾ ਆ ਵਿਦਆਊਟ ਸਕਿੱਲ ਕੁਆਲਿਟੀ ਪ੍ਰੋਡਕਟ ਜਿਹੜਾ ਆ ਉਹ ਪ੍ਰੋਡਿਊਸ ਨਹੀਂ ਕਰ ਸਕਦਾ। ਇੰਡਸਟਰੀ ਦੇ ਵਿੱਚ ਹਮੇਸ਼ਾ ਫੋਕਸ ਜਿਹੜਾ ਕੀਤਾ ਜਾਂਦਾ ਦੈਟ ਇਜ਼ ਔਨ ਦੀ ਕੁਆਲਿਟੀ ਪ੍ਰੋਡਕਟ ਓਨਲੀ। ਰਿਜੈਕਸ਼ਨ ਉੱਥੇ ਟੋਲਰੇਟ ਨਹੀਂ ਕੀਤੀ ਜਾਂਦੀ। ਜੇ ਕਿਸੇ ਵਰਕਰ ਦੇ ਕੋਲ ਸਕਿੱਲ ਨਹੀਂ ਹੈਗੀ ਤੇ ਉਹ ਕਦੀ ਵੀ ਕੁਆਲਿਟੀ ਪ੍ਰੋਡਕਟ ਪ੍ਰੋਡਿਊਸ ਨਹੀਂ ਕਰ ਸਕਦਾ, ਹਮੇਸ਼ਾ ਰਿਜੈਕਸ਼ਨ ਕਰੇਗਾ। ਸੋ ਜੇ ਵਰਕਰ ਦੇ ਕੋਲ ਸਕਿੱਲ ਨਹੀਂ ਹੈਗੀ, ਕੁਆਲਿਟੀ ਪ੍ਰੋਡਕਟ ਨਹੀਂ ਤਿਆਰ ਹੋਇਆ, ਜੇ ਕੁਆਲਿਟੀ ਪ੍ਰੋਡਕਟ ਤਿਆਰ ਨਹੀਂ ਹੋਇਆ ਤੇ ਇਟ ਵਿਲ ਲੀਡਸ ਟੂ ਦੀ ਹਾਇਰ ਰਿਜੈਕਸ਼ਨ ਰੇਟ। ਹਾਇਰ ਰਿਜੈਕਸ਼ਨ ਰੇਟ ਹੋ ਜਾਏਗਾ, ਰਿਜੈਕਸ਼ਨ ਬਹੁਤ ਜ਼ਿਆਦਾ ਵੱਧ ਜਾਏਗੀ। ਜੇ ਰਿਜੈਕਸ਼ਨ ਵੱਧ ਗਈ ਤੇ ਇੰਡਸਟਰੀ ਜਿਹੜੀ ਆ ਉਹ ਪ੍ਰੋਡਕਟਿਵਿਟੀ ਨੂੰ ਲੂਜ਼ ਕਰ ਦੇਗੀ। ਸੋ ਦੋ ਗੱਲਾਂ ਨੇ। 1 ਇਜ਼ ਕੁਆਲਿਟੀ ਪ੍ਰੋਡਕਟ। ਜੇ ਸਕਿੱਲ ਨਹੀਂ ਹੈਗੀ ਤਾਂ ਕੁਆਲਿਟੀ ਪ੍ਰੋਡਕਟ ਨਹੀਂ ਪ੍ਰੋਡਿਊਸ ਹੋਇਆ ਔਰ ਜੇ ਕੁਆਲਿਟੀ ਪ੍ਰੋਡਕਟ ਨਹੀਂ ਪ੍ਰੋਡਿਊਸ ਹੋਇਆ ਤਾਂ ਰਿਜੈਕਸ਼ਨ ਰੇਟ ਵੱਧ ਗਿਆ ਔਰ ਜੇ ਰਿਜੈਕਸ਼ਨ ਰੇਟ ਵੱਧ ਗਿਆ ਤਾਂ ਇਹਦਾ ਮਤਲਬ ਆ ਇੰਡਸਟਰੀ ਨੇ ਪ੍ਰੋਡਕਟਿਵਿਟੀ ਲੂਜ਼ ਕਰ ਦਿੱਤੀ। ਸੋ ਟੂ ਇਨਕਰੀਜ਼ ਦੀ ਪ੍ਰੋਡਕਟਿਵਿਟੀ ਸਕਿੱਲ ਇਜ਼ ਰਿਕੁਆਇਰਡ। ਸਕਿੱਲ ਬਹੁਤ ਇੰਪੋਰਟੈਂਟ ਆ ਔਰ ਕੰਟਰੀਜ਼ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਹਿਊਮਨ ਰਿਸੋਰਸਿਸ ਨੂੰ ਮੈਕਸਿਮਮ ਸਕਿੱਲ ਦਿੰਦੀਆਂ ਨੇ ਤਾਂ ਜੋ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਡਿਵੈਲਪ ਹੋਣ। ਸੋ ਦੀ ਪ੍ਰਾਇਮਰੀ ਰੋਲ ਆਫ ਐਵਰੀ ਨੇਸ਼ਨ, ਹਰ ਇੱਕ ਨੇਸ਼ਨ ਦਾ ਰੋਲ ਕੀ ਹੈ ਕਿ ਆਪਣੇ ਜਿਹੜੇ ਹਿਊਮਨ ਰਿਸੋਰਸਿਸ ਆ ਉਹਨਾਂ ਨੂੰ ਡਿਵੈਲਪ ਕੀਤਾ ਜਾਵੇ ਵੱਧ ਤੋਂ ਵੱਧ। ਉਹ ਡਿਵੈਲਪ ਕਿਵੇਂ ਕਰਾਂਗੇ? ਸਕਿੱਲ ਦੇ ਕੇ।
ਹੁਣ ਮੈਂ ਥੋੜਾ ਜਿਹਾ ਇੱਥੇ ਇਲੈਬੋਰੇਟ ਕੀਤਾ ਇਹਨੂੰ, ਜਿਹੜੀਆਂ ਕੰਟਰੀਜ਼ ਨੇ ਲਿੰਕ ਕੀਤਾ ਸਕਿੱਲ ਔਰ ਪ੍ਰੋਡਕਟਿਵਿਟੀ ਨੂੰ ਆਪਸ ਦੇ ਵਿੱਚ। ਜਿਹੜੀਆਂ ਕੰਟਰੀਜ਼ ਇਹ ਸੋਚਦੀਆਂ ਨੇ ਕਿ ਜੇ ਆਪਾਂ ਸਕਿੱਲ ਜਿਹੜੇ ਆਪਣੀ ਪੋਪੂਲੇਸ਼ਨ ਦੇ ਵਿੱਚ ਥਰੋ ਕਰ ਦਈਏ, ਉਹਨਾਂ ਨੂੰ ਸਕਿੱਲ ਕਰ ਦਈਏ, ਤੇ ਪ੍ਰੋਡਕਟਿਵਿਟੀ ਜਿਹੜੀ ਆ ਉਹ ਇਨਕਰੀਜ਼ ਕਰੇਗੀ। ਸੋ ਸੋਚਦੇ ਨੇ ਕਿ ਸਕਿੱਲ ਐਂਡ ਪ੍ਰੋਡਕਟਿਵਿਟੀ ਆਪਸ ਚ ਲਿੰਕ ਆ। ਉਹਨਾਂ ਦੇ ਆਬਜੈਕਟਿਵ ਕੀ ਆ, ਉਹ ਨੇਸ਼ਨਸ ਕਿਹੜੇ ਆਬਜੈਕਟਿਵ ਦੇ ਉੱਪਰ ਕੰਮ ਕਰਦੀਆਂ ਪਈਆਂ। ਸਭ ਤੋਂ ਪਹਿਲਾਂ ਮੀਟ ਸਕਿੱਲ ਡਿਮਾਂਡ ਇਨ ਟਰਮ ਆਫ ਰੈਲੇਵੈਂਸ ਐਂਡ ਕੁਆਲਿਟੀ। ਇਹਦਾ ਕੀ ਮਤਲਬ ਹੈਗਾ ਕਿ ਕਿਸੇ ਵੀ ਨੇਸ਼ਨ ਨੇ ਜਿਹੜੀ ਸਕਿੱਲ ਦੇਣੀ ਹੈ ਉਹ ਰੈਲੇਵੈਂਟ ਸਕਿੱਲ ਹੋਣੀ ਚਾਹੀਦੀ ਹੈ ਔਰ ਕੁਆਲਿਟੀ ਸਕਿੱਲ ਹੋਣੀ ਚਾਹੀਦੀ ਹੈ। ਹੁਣ ਰੈਲੇਵੈਂਟ ਐਂਡ ਕੁਆਲਿਟੀ ਦਾ ਕੀ ਮਤਲਬ ਹੈ? ਰੈਲੇਵੈਂਟ ਦਾ ਮਤਲਬ ਹੈ ਟੁਕਮੀ, ਜੋ ਇਸ ਵੇਲੇ ਇੰਡਸਟਰੀ ਦੇ ਵਿੱਚ ਚੱਲਦਾ ਪਿਆ, ਜੋ ਵਰਲਡ ਵਾਈਡ ਗਲੋਬਲੀ ਇਸ ਵੇਲੇ ਚੱਲਦਾ ਪਿਆ, ਉਹਦੇ ਨਾਲ ਰਿਲੇਟਡ ਜਿਹੜੇ ਆਪਣੇ ਮੈਨ ਪਾਵਰ ਹੈਗੀ ਆ, ਉਹਦੇ ਨਾਲ ਜਿਹੜੀ ਹਿਊਮਨ ਰਿਸੋਰਸਿਸ ਹੈਗੇ, ਉਹਦੇ ਨਾਲ ਰਿਲੇਟਡ ਉਹਨਾਂ ਨੂੰ ਸਕਿੱਲ ਦਿੱਤੀ ਜਾਣੀ ਆ। ਫੋਰ ਐਗਜ਼ਾਮਪਲ ਅਸੀਂ ਜੇ ਗੱਲ ਕਰਦੇ ਹਾਂ, ਅੱਜ ਕੱਲ੍ਹ ਜਿਹੜੇ ਐਂਡਰੋਇਡ ਫੋਨ ਚੱਲਦੇ ਪਏ ਆ, ਜੇ ਆਪਾਂ ਬੱਚਿਆਂ ਨੂੰ ਟ੍ਰੇਨਡ ਕਰਨਾ ਆ ਤੇ ਆਪਾਂ ਉਹਨਾਂ ਨੂੰ ਐਂਡਰੋਇਡ ਫੋਨ ਡਿਜ਼ਾਈਨ ਜਾਂ ਐਂਡਰੋਇਡ ਫੋਨ ਨੂੰ ਰਿਪੇਅਰ ਕਰਨ ਦੀ ਟ੍ਰੇਨਿੰਗ ਦਈਏ, ਨਾ ਜੋ ਪੁਰਾਣੇ ਫੋਨ ਚੱਲਦੇ ਸੀ ਉਹਨਾਂ ਨਾਲ ਸੰਬੰਧਿਤ ਕੋਈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ। ਜਿਹੜਾ ਇਸ ਵੇਲੇ ਲੇਟੈਸਟ ਰੈਲੇਵੈਂਟ ਹੈਗਾ ਉਹੋ ਹੀ ਸਕਿੱਲ ਬੱਚਿਆਂ ਨੂੰ ਦਿੱਤੀ ਜਾਣੀ ਚਾਹੀਦੀ ਆ। ਔਰ ਜਿਹੜਾ ਆਉਣ ਵਾਲੀ ਟੈਕਨੋਲੋਜੀ ਹੈਗੀ ਆ, ਜਿਹੜੀ ਸਾਨੂੰ ਦਿਖਦੀ ਪਈ ਆ ਵੀ ਅੱਗੇ ਉਹ ਟੈਕਨੋਲੋਜੀ ਆਏਗੀ, ਜਾਂ ਉੱਦਾਂ ਦੀ ਜਿਹੜੀ ਸਕਿੱਲ ਹੈਗੀ ਆ ਉਹ ਦੇਣੀ ਚਾਹੀਦੀ ਆ। ਦੂਸਰਾ, ਜਿਹੜੀ ਵੀ ਆਪਾਂ ਸਕਿੱਲ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ, ਜਿਹੜੀ ਮੈਨ ਪਾਵਰ ਨੂੰ ਪ੍ਰੋਵਾਈਡ ਕਰਦੇ ਆ, ਉਹ ਕੁਆਲਿਟੀ ਓਰੀਐਂਟਡ ਹੋਣੀ ਚਾਹੀਦੀ ਹੈ। ਇਹ ਨੇਸ਼ਨਸ ਕਹਿੰਦੀਆਂ ਨੇ, ਜਿਹੜੀਆਂ ਮੰਨਦੀਆਂ ਨੇ ਕਿ ਪ੍ਰੋਡਕਟਿਵਿਟੀ ਤਾਂ ਇਨਕਰੀਜ਼ ਹੁੰਦੀ ਹੈ ਜੇ ਸਕਿੱਲ ਆਪਾਂ ਆਪਣੀ ਮੈਨ ਪਾਵਰ ਨੂੰ ਦਵਾਂਗੇ, ਆਪਾਂ ਹਿਊਮਨ ਰਿਸੋਰਸਿਸ ਨੂੰ ਜੇ ਆਪਾਂ ਸਕਿੱਲ ਦਿੰਨੇ ਆ ਤਾਂ। ਦੂਸਰਾ, ਕੋਆਰਡੀਨੇਸ਼ਨ ਬਿਟਵੀਨ ਸਕਿੱਲ ਡਿਵੈਲਪਮੈਂਟ ਸੈਂਟਰਸ ਐਂਡ ਐਂਟਰਪ੍ਰਾਈਜ਼ਸ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ ਆ। ਹੁਣ ਸਕਿੱਲ ਡਿਵੈਲਪਮੈਂਟ ਸੈਂਟਰਸ ਕਿਹੜੇ ਆ ਦੱਸੋ? ਸਕਿੱਲ ਡਿਵੈਲਪਮੈਂਟ ਸੈਂਟਰ ਹੋ ਗਏ ਜਿਵੇਂ ITIs ਹੋ ਗਿਆ, ਪੋਲੀਟੈਕਨਿਕ ਹੋ ਗਏ, ਬਾਕੀ ਇਦਾਂ ਦੇ ਇੰਸਟੀਚਿਊਟ ਜਿਹੜੇ ਰੂਟ ਲੈਵਲ ਤੇ ਬੱਚਿਆਂ ਨੂੰ ਟ੍ਰੇਨਡ ਕਰਦੇ ਪਏ ਆ ਉਹਨਾਂ ਦੇ ਵਿੱਚ, ਔਰ ਜਿਹੜੇ ਇੰਟਰਪ੍ਰਾਈਜ਼ਸ ਹੈ, ਜਿਹੜੇ ਇੰਡਸਟਰੀਜ਼ ਦੇ ਵਿੱਚ ਆ, ਉਹਨਾਂ 'ਚ ਆਪਸ 'ਚ ਕੋਆਰਡੀਨੇਸ਼ਨ ਹੋਣੀ ਚਾਹੀਦੀ। ਹੁਣ ਕੋਆਰਡੀਨੇਸ਼ਨ ਨਹੀਂ ਹੈ, ਜੋ ਜਿਹੜਾ ਸਕਿੱਲ ਡਿਵੈਲਪਮੈਂਟ ਸੈਂਟਰ ਕੁਝ ਹੋਰ ਬੱਚਿਆਂ ਨੂੰ ਟੀਚ ਕਰ ਰਿਹਾ ਆ, ਅੱਗੇ ਜਿਹੜੀ ਇੰਡਸਟਰੀ ਹੈਗੀ ਆ ਉਹ ਹੋਰ ਕਿਸੇ ਤਰੀਕੇ ਦੇ ਨਾਲ ਸਕਿੱਲ ਨੂੰ ਡਿਮਾਂਡ ਕਰਦੀ ਪਈ ਆ। ਜਦੋਂ ਵੀ ਕੋਈ ਟ੍ਰੇਨੀ ਤਿਆਰ ਹੋ ਕੇ ਸਕਿੱਲ ਡਿਵੈਲਪਮੈਂਟ ਸੈਂਟਰਸ ਚੋਂ ਨਿਕਲਦਾ ਔਰ ਇੰਡਸਟਰੀ ਦੇ ਵਿੱਚ ਜਾ ਕੇ ਕੰਮ ਕਰਦਾ ਆ, ਉਹ ਟੈਕਨੋਲੋਜੀ ਨੂੰ ਕੋਪ ਅਪ ਨਹੀਂ ਕਰ ਪਾਉਂਦਾ, ਉਹਨੂੰ ਸਹਿਣ ਹੀ ਨਹੀਂ ਕਰ ਪਾਉਂਦਾ, ਉਹਨੂੰ ਬਹੁਤ ਟਾਈਮ ਲੱਗਦਾ ਉੱਥੇ ਜਾ ਕੇ ਐਡਜਸਟ ਹੋਣ ਨੂੰ। ਇਸ ਕਰਕੇ ਉੱਥੇ ਇੰਡਸਟਰੀ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ, ਰਿਜੈਕਸ਼ਨ ਰੇਟਸ ਬਹੁਤ ਹੁੰਦੇ ਆ, ਔਰ ਵਰਕਰ ਨੂੰ ਕਾਫੀ ਦੇਰ ਤੋਂ ਉਹਨਾਂ ਨੂੰ ਲੱਗ ਜਾਂਦੀ ਕਿ ਉਹਨਾਂ ਨੂੰ ਟ੍ਰੇਨਡ ਕੀਤਾ ਜਾਵੇ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜਿਹੜੇ ਸਕਿੱਲ ਡਿਵੈਲਪਮੈਂਟ ਸੈਂਟਰਸ ਹੈਗੇ ਆ ਔਰ ਜਿਹੜੇ ਇੰਟਰਪ੍ਰਾਈਜ਼ਸ ਹੈਗੇ ਆ, ਉਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ। ਇਹ ਜੇ ਦੋਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੈਗੀ ਆ ਤੇ ਉਹਦੇ ਨਾਲ ਜਿਹੜੀ ਕੋਈ ਵੀ ਦੋਨਾਂ ਦੇ ਵਿੱਚ ਟੈਕਨੋਲੋਜੀ ਗੈਪ ਨਹੀਂ ਹੋਏਗਾ। ਅੱਜ ਦੀ ਡੇਟ ਦੇ ਵਿੱਚ ਕਾਫੀ ਨੇਸ਼ਨਸ 'ਚ ਪ੍ਰੋਬਲਮ ਆਉਂਦੀ ਪਈ ਆ ਕਿ ਟੈਕਨੋਲੋਜੀ ਗੈਪ ਬਹੁਤ ਜ਼ਿਆਦਾ ਆ। ਸਕਿੱਲ ਡਿਵੈਲਪਮੈਂਟ ਸੈਂਟਰ ਕੁਝ ਹੋਰ ਸਿਖਾ ਰਿਹਾ, ਇੰਡਸਟਰੀ ਡਿਮਾਂਡ ਕੁਝ ਹੋਰ ਕਰਦੀ ਪਈ ਆ। ਸੋ ਜਿੰਨੇ ਵੀ ਸਕਿੱਲ ਡਿਵੈਲਪਮੈਂਟ ਸੈਂਟਰਸ ਆ, ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਆ ਕਿ ਉਹਨਾਂ ਨੂੰ ਆਪਸ 'ਚ ਕੋਆਰਡੀਨੇਟ ਕਰਕੇ ਜਿਹੜੇ ਟ੍ਰੇਨੀਜ਼ ਨੇ ਉਹਨਾਂ ਨੂੰ ਸਕਿੱਲ ਦਿੱਤੀ ਜਾਵੇ। ਔਰ ਜਿਹੜੀ ਨੇਸ਼ਨਸ ਇਸ ਵੇਲੇ ਡਿਵੈਲਪ ਕਰਦੀਆਂ ਪਈਆਂ ਜਾਂ ਆਲਰੇਡੀ ਡਿਵੈਲਪਡ ਨੇ, ਉਹ ਸਭ ਤੋਂ ਪਹਿਲਾ ਪੈਰਾਮੀਟਰ, ਸਭ ਤੋਂ ਪਹਿਲਾ ਆਬਜੈਕਟਿਵ ਉਹਨਾਂ ਦੇ ਇਹ ਵਾਲੇ ਹੁੰਦੇ ਨੇ ਜਿਹੜੇ ਮੈਂ ਡਿਸਕਸ ਕਰ ਰਿਹਾ। ਦੈਨ ਇਜ਼ ਕੋਆਰਡੀਨੇਸ਼ਨ ਆਫ ਸਕਿੱਲ ਡਿਵੈਲਪਮੈਂਟ ਪਾਲਿਸੀਜ਼ ਵਿਦ ਇੰਡਸਟਰੀਅਲ ਇਨਵੈਸਟਮੈਂਟ, ਟ੍ਰੇਡ ਟੈਕਨੋਲੋਜੀਜ਼ ਐਂਡ ਮਾਈਕਰੋ ਇਕਨੋਮਿਕ ਪਾਲਿਸੀਜ਼। ਇਹ ਪੁਆਇੰਟ ਕੀ ਕਹਿ ਰਿਹਾ? ਦੇਖੋ, ਹਰ ਸਾਲ ਗਵਰਨਮੈਂਟ ਜਿਹੜੀ ਆ ਸਕਿੱਲ ਡਿਵੈਲਪਮੈਂਟ ਪਾਲਿਸੀਜ਼ ਡਿਵੈਲਪ ਕਰਦੀ ਪਈ ਆ। ਹੁਣ ਸਕਿੱਲ ਡਿਵੈਲਪਮੈਂਟ ਪਾਲਿਸੀ ਜਿਹੜੀ ਆ ਡਿਵੈਲਪ ਗਵਰਨਮੈਂਟ ਕਰਦੀ ਆ, ਉਹਨਾਂ ਦੀ ਕੋਆਰਡੀਨੇਸ਼ਨ ਜਿਹੜੀ ਹੈਗੀ ਆ ਦੈਟ ਸ਼ੁੱਡ ਬੀ ਵਿਦ ਦੀ ਇੰਡਸਟਰੀਅਲ ਇਨਵੈਸਟਮੈਂਟ। ਕਿ ਇੰਡਸਟਰੀ ਨੇ ਇਨਵੈਸਟ ਕਿਹੜੇ ਤਰੀਕੇ ਦੇ ਨਾਲ ਕਰਨਾ ਆ, ਉਹਦੇ ਨਾਲ ਉਹਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਆ। ਔਰ ਜਿਹੜੇ ਮਾਈਕਰੋ ਇਕਨੋਮਿਕ ਪਾਲਿਸੀਜ਼ ਆ, ਉਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ। ਤਿੰਨ ਜਿਹੜੀਆਂ ਮੈਂ ਡਿਸਕਸ ਕੀਤੀਆਂ ਨੇ, ਇੰਡਸਟਰੀਅਲ ਇਨਵੈਸਟਮੈਂਟ, ਸਕਿੱਲ ਡਿਵੈਲਪਮੈਂਟ ਪਾਲਿਸੀਜ਼, ਟ੍ਰੇਡ ਟੈਕਨੋਲੋਜੀ ਐਂਡ ਮਾਈਕਰੋ ਇਕਨੋਮਿਕ ਪਾਲਿਸੀਜ਼। ਇਹਨਾਂ ਦੀ ਜਦੋਂ ਵੀ ਕੋਈ ਗਵਰਨਮੈਂਟ ਸਕਿੱਲ ਡਿਵੈਲਪਮੈਂਟ ਪਾਲਿਸੀਜ਼ ਤਿਆਰ ਕਰਦੀ ਆ, ਉਹਦੀ ਕੋਆਰਡੀਨੇਸ਼ਨ ਇੰਡਸਟਰੀਅਲ ਇਨਵੈਸਟਮੈਂਟ ਦੇ ਨਾਲ ਹੋਣੀ ਚਾਹੀਦੀ ਆ, ਟ੍ਰੇਡ ਟੈਕਨੋਲੋਜੀ ਐਂਡ ਮਾਈਕਰੋ ਇਕਨੋਮਿਕ ਪਾਲਿਸੀਜ਼। ਇਹ ਸਾਰੀਆਂ ਪਾਲਿਸੀਜ਼ ਕੋਆਰਡੀਨੇਟ ਕਰਕੇ ਇੱਕ ਫਾਈਨਲ ਪਾਲਿਸੀ ਤਿਆਰ ਹੋਣੀ ਚਾਹੀਦੀ ਆ। ਇਹ ਨਹੀਂ ਹੈਗਾ ਕਿ ਸਾਰੇ ਜਾਣੇ ਆਪਣੀ ਆਪਣੀ ਪਾਲਿਸੀ ਤਿਆਰ ਕਰੀ ਜਾਣ, ਇੰਡਸਟਰੀ ਕੁਝ ਹੋਰ ਇਨਵੈਸਟਮੈਂਟ, ਟੈਕਨੋਲੋਜੀ ਕੁਝ ਹੋਰ ਚੱਲਦੀ ਪਈ ਆ, ਮਾਈਕਰੋ ਇਕਨੋਮਿਕ ਪਾਲਿਸੀਜ਼ ਕੁਝ ਹੋਰ ਕਹਿੰਦੀਆਂ ਨੇ।
ਸਾਰਿਆਂ ਦੀ ਆਪਸ ਚ ਕੋਆਰਡੀਨੇਸ਼ਨ ਹੋ ਕੇ ਇੱਕ ਫਾਈਨਲ ਜਿਹੜੀ ਆ ਸਕਿੱਲ ਡਿਵੈਲਪਮੈਂਟ ਪਾਲਿਸੀਜ਼ ਤਿਆਰ ਹੋਣੀਆਂ ਚਾਹੀਦੀਆਂ ਨੇ। ਸੋ ਇਸ ਸਲਾਈਡ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੇ ਸਕਿੱਲ ਕਿਸੇ ਇੰਡਸਟਰੀ ਦੇ ਵਿੱਚ ਅਸੀਂ ਪ੍ਰੋਵਾਈਡ ਕਰੀਏ ਤੇ ਉਹਦੇ ਨਾਲ ਜਿਹੜਾ ਆ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ, ਔਰ ਜਿਹੜੀਆਂ ਨੇਸ਼ਨਸ ਸਕਿੱਲ ਐਂਡ ਪ੍ਰੋਡਕਟਿਵਿਟੀ ਨੂੰ ਆਪਸ ਚ ਲਿੰਕ ਕਰਦੀਆਂ ਪਈਆਂ ਨੇ ਉਹ ਇਹ 3 ਆਬਜੈਕਟਿਵਸ ਦੇ ਉੱਤੇ ਕੰਮ ਕਰਦੀਆਂ ਪਈਆਂ। ਸੋ these 3 objectives are very important for any nation ਕਿ ਉਹਨਾਂ ਦੀ ਸਕਿੱਲ ਜਿਹੜੀ ਆ ਉਹ ਇਨਹਾਂਸ ਹੋਵੇ ਔਰ ਇਨਕਰੀਜ਼ ਹੋਵੇ। ਸੋ ਫਸਟ ਅਸੀਂ ਡਿਸਕਸ ਕੀਤਾ ਸਕਿੱਲ ਦੇ ਨਾਲ ਫੈਕਟਰ ਜਿਹੜਾ ਪ੍ਰੋਡਕਟਿਵਿਟੀ ਉਹ ਇਨਕਰੀਜ਼ ਹੋਏਗੀ। ਨੈਕਸਟ ਇਜ਼ ਵਰਕਿੰਗ ਏਡਸ। ਵਰਕਿੰਗ ਏਡਸ ਬੜਾ ਜ਼ਰੂਰੀ ਹੈਗਾ। ਜੇ ਅਸੀਂ ਵਰਕਰ ਨੂੰ ਵਧੀਆ ਸਮਾਨ ਕੰਮ ਕਰਨ ਨੂੰ ਦਵਾਂਗੇ, ਵਧੀਆ ਤਰੀਕੇ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਉਹਦੇ ਨਾਲ ਵੀ ਪ੍ਰੋਡਕਟਿਵਿਟੀ ਇਨਕਰੀਜ਼ ਹੁੰਦੀ ਆ। ਹੁਣ ਵਰਕਿੰਗ ਏਡਸ ਦੇ ਵਿੱਚ ਕਿਹੜੀਆਂ ਚੀਜ਼ਾਂ ਇਨਕਲੂਡ ਨੇ? ਸਭ ਤੋਂ ਪਹਿਲਾਂ ਗੁੱਡ ਐਂਡ ਐਪਰੋਪਰੀਏਟ ਟੂਲਸ। ਅਸੀਂ ਵਰਕਰ ਨੂੰ ਜਿਹੜੇ ਸ਼ਾਪ ਫਲੋਰ ਦੇ ਉੱਤੇ ਕੰਮ ਕਰਾਉਣਾ ਆ, ਵਰਕਸ਼ਾਪ ਦੇ ਵਿੱਚ ਕੰਮ ਕਰਾਉਣਾ, ਉਹਨਾਂ ਕੋਲ ਐਪਰੋਪਰੀਏਟ ਤੇ ਗੁੱਡ ਕੁਆਲਿਟੀ ਟੂਲਸ ਹੋਣੇ ਚਾਹੀਦੇ ਨੇ। ਮੀਨਸ ਜਿਵੇਂ ਹੈਮਰਸ ਲਾ ਲਓ, ਪਲਾਇਰ ਲਾ ਲਓ, ਸਕਰੂ ਡਰਾਈਵਰ, ਰੈਂਚਿਸ, ਐਲਨ ਕੀਜ਼, ਸਪੈਨਰਸ, ਇਹ ਪ੍ਰੋਪਰ ਸਾਰੀਆਂ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਣੀਆਂ ਚਾਹੀਦੀਆਂ। ਇਹ ਨਾ ਹੋਵੇ ਕਿ ਬੱਚਾ ਜਿਹੜਾ ਹੈਗਾ ਆ ਜੇ ਉਹਨੂੰ ਹੈਮਰ ਦੀ ਜ਼ਰੂਰਤ ਆ ਤੇ ਉੱਥੇ ਪਲਾਇਰ ਯੂਜ਼ ਕਰਦਾ ਪਿਆ, ਇਹ ਸਕਰੂ ਡਰਾਈਵਰ ਕਿਸੇ ਹੋਰ ਸਾਈਜ਼ ਦੀ ਜ਼ਰੂਰਤ ਆ ਤੇ ਕੁਝ ਅਲੱਗ ਸਾਈਜ਼ ਦਾ ਸਕਰੂ ਡਰਾਈਵਰ ਯੂਜ਼ ਕਰ ਰਿਹਾ, ਰੈਂਚਿਸ ਦੀ ਜਗ੍ਹਾ ਤੇ ਐਲਨ ਕੀ ਯੂਜ਼ ਕਰ ਰਿਹਾ। ਸੋ ਜਿਹੜੇ ਐਪਰੋਪਰੀਏਟ ਟੂਲ ਅਸੀਂ ਵਰਕਰਸ ਨੂੰ ਪ੍ਰੋਵਾਈਡ ਕਰਨੇ ਆ ਤਾਂ ਜੋ ਵਧੀਆ ਤਰੀਕੇ ਦੇ ਨਾਲ ਕੰਮ ਕਰਕੇ ਜ਼ਿਆਦਾ ਤੋਂ ਜ਼ਿਆਦਾ ਐਫੀਸ਼ੀਐਂਸੀ ਦੇਵੇ। ਜਿੰਨੀ ਜ਼ਿਆਦਾ ਉਹ ਐਫੀਸ਼ੀਐਂਸੀ ਦੇਗਾ ਉਨਾ ਜ਼ਿਆਦਾ ਪ੍ਰੋਡਕਟਿਵਿਟੀ ਜਿਹੜੀ ਕਿਸੇ ਇੰਡਸਟਰੀ ਦੇ ਵਿੱਚ ਇਨਕਰੀਜ਼ ਹੋਏਗੀ। ਨੈਕਸਟ ਇਜ਼ ਗੁੱਡ ਮਸ਼ੀਨਸ। ਟਾਈਮਲੀ ਮੇਨਟੇਨੈਂਸ, ਇਹਦੇ ਵਿੱਚ ਮੈਂ ਬ੍ਰੈਕਟ 'ਚ ਲਿਖਿਆ ਹੋਇਆ, ਅੱਗੇ ਜਾ ਕੇ ਐਕਸਪਲੇਨ ਕਰਦਾ ਹਾਂ ਟਾਈਮਲੀ ਮੇਨਟੇਨੈਂਸ ਤੋਂ ਕੀ ਮਤਲਬ ਹੈਗਾ। ਪਹਿਲਾਂ ਗੁੱਡ ਮਸ਼ੀਨਸ। ਮਸ਼ੀਨਸ ਵੀ ਜਿਹੜੀਆਂ ਹੈਗੀਆਂ ਆ ਅੱਛੀ ਵਰਕਿੰਗ ਕੰਡੀਸ਼ਨਸ ਦੇ ਵਿੱਚ ਹੋਣੀਆਂ ਚਾਹੀਦੀਆਂ। ਹੁਣ ਅੱਛੀ ਵਰਕਿੰਗ ਕੰਡੀਸ਼ਨਸ ਕਿਵੇਂ ਰਹੂਗੀ? ਜੇ ਅਸੀਂ ਉਹਦੀ ਪ੍ਰੋਪਰ ਟਾਈਮਲੀ ਮੇਨਟੇਨੈਂਸ ਕਰਾਂਗੇ। ਮੇਨਟੇਨੈਂਸ ਕੀ ਆ? ਅਸੀਂ ਉਹਦਾ ਰੱਖ ਰਖਾਵ ਕਰਾਂਗੇ ਪ੍ਰੋਪਰ। ਸੇ ਆਪਾਂ ਸਕੂਟਰ ਮੋਟਰਸਾਈਕਲ ਆਪਣੇ ਘਰਾਂ ਦੇ ਵਿੱਚ ਰੱਖੇ ਹੋਏ ਆ, ਜੇ ਅਸੀਂ ਉਹਦੀ ਸਰਵਿਸ ਨਹੀਂ ਕਰਵਾਉਂਦੇ ਤਾਂ ਕੀ ਹੋਊਗਾ? ਅਚਾਨਕ ਹੀ ਬ੍ਰੇਕਡਾਊਨ ਆ ਜਾਏਗੀ, ਔਰ ਜੇ ਬ੍ਰੇਕਡਾਊਨ ਆ ਗਈ ਤੇ ਉਹ ਸਾਡਾ ਜਿਹੜਾ ਜਿੱਥੇ ਜਾ ਰਹੇ ਆ ਜਾਂ ਜਿਹੜੇ ਮੰਤਵ ਵੀ ਆਪਾਂ ਯੂਜ਼ ਕਰਦੇ ਪਏ ਆ ਉਹਦੇ ਚ ਵਿਘਨ ਆਏਗਾ ਔਰ ਡਿਲੇ ਹੋਏਗਾ ਸਾਡਾ ਕੰਮ। ਸੋ ਇਸੇ ਤਰ੍ਹਾਂ ਜੇ ਇੰਡਸਟਰੀ ਦੇ ਵਿੱਚ ਅਸੀਂ ਕਿਸੇ ਮਸ਼ੀਨ ਦੀ ਪ੍ਰੋਪਰ ਟਾਈਮਲੀ ਮੇਨਟੇਨੈਂਸ ਨਹੀਂ ਕਰਦੇ, ਉਹਦੇ ਨਾਲ ਮਸ਼ੀਨਾਂ ਦੇ ਵਿੱਚ ਬ੍ਰੇਕਡਾਊਨ ਵੱਧ ਜਾਏਗੀ। ਜੇ ਮਸ਼ੀਨਾਂ ਦੇ ਵਿੱਚ ਬ੍ਰੇਕਡਾਊਨ ਇਨਕਰੀਜ਼ ਹੋ ਗਈ, ਉਹਦੇ ਨਾਲ ਜਿਹੜੇ ਆ ਪ੍ਰੋਡਕਸ਼ਨ ਰੇਟ ਘਟ ਜਾਏਗਾ। ਪ੍ਰੋਡਕਸ਼ਨ ਰੇਟ ਜੇ ਸਾਡਾ ਘਟ ਗਿਆ ਤਾਂ ਪ੍ਰੋਡਕਟਿਵਿਟੀ ਤੇ ਫਰਕ ਪੈ ਜਾਏਗਾ। ਸੋ ਦੂਸਰਾ ਇਹ ਵੀ ਹੋ ਸਕਦਾ ਜੇ ਅਸੀਂ ਗੁੱਡ ਮਸ਼ੀਨਸ ਪ੍ਰੋਵਾਈਡ ਨਹੀਂ ਕੀਤੀਆਂ ਹੋਈਆਂ, ਉਹਦੇ ਨਾਲ ਜਿਹੜਾ ਕੰਪੋਨੈਂਟ ਅਸੀਂ ਮਸ਼ੀਨ ਦੇ ਉੱਪਰ ਤਿਆਰ ਕਰਦੇ ਪਏ ਆ ਉਹਦੀ ਕੁਆਲਿਟੀ ਪੂਅਰ ਹੋ ਗਈ, ਉਹ ਰਿਜੈਕਟ ਹੋ ਗਿਆ। ਹੁਣ ਜੇ ਰਿਜੈਕਟ ਹੋ ਗਿਆ ਪੀਸ ਤੇ ਸਾਡੇ ਜਿਹੜੇ ਰਿਜੈਕਸ਼ਨ ਰੇਟ ਵੱਧ ਗਿਆ, ਰਿਜੈਕਸ਼ਨ ਰੇਟ ਵਧਣ ਦੇ ਨਾਲ ਜਿਹੜੀ ਪ੍ਰੋਡਕਟਿਵਿਟੀ ਆ ਉਹ ਡਿਕਰੀਜ਼ ਹੋ ਜਾਏਗੀ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਵਰਕਰ ਨੂੰ ਇੰਡਸਟਰੀ ਦੇ ਵਿੱਚ ਅੱਛੀਆਂ ਮਸ਼ੀਨਸ ਕੰਮ ਕਰਨ ਨੂੰ ਦਈਏ। ਨੈਕਸਟ ਇਜ਼ ਪ੍ਰੋਪਰ ਲਿਫਟਿੰਗ ਇਕਵਿਪਮੈਂਟ। ਇਹ ਵੀ ਬੜਾ ਇੰਪੋਰਟੈਂਟ ਪੁਆਇੰਟ ਹੈਗਾ ਆ। ਜ਼ਿਆਦਾਤਰ ਜਿਹੜੀਆਂ ਮਕੈਨੀਕਲ ਓਰੀਐਂਟਡ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਜਿਵੇਂ ਲਿਫਟਿੰਗ ਇਕਵਿਪਮੈਂਟ, ਹੈਵੀ ਸਮਾਨ ਚੱਕਣ ਦੇ ਲਈ ਲਿਫਟਿੰਗ ਇਕਵਿਪਮੈਂਟ ਲੱਗੇ ਹੁੰਦੇ ਨੇ, ਜਿਵੇਂ ਹੋਇਸਟ ਹੋ ਗਈਆਂ, EOT ਕ੍ਰੇਨਸ ਹੋ ਗਈਆਂ, ਫੋਕਲਿਫਟਸ ਹੋ ਗਏ, ਸਲਿੰਗਸ ਹੋ ਗਈਆਂ, ਟਰਾਈਪੋਡਸ ਹੋ ਗਏ। ਇਹ ਪ੍ਰੋਪਰ ਲਿਫਟਿੰਗ ਇਕਵਿਪਮੈਂਟ ਹੋਣੇ ਚਾਹੀਦੇ। ਇਹ ਨਾ ਹੋਵੇ ਕਿ ਉਹਨਾਂ ਦੀਆਂ ਸਲਿੰਗਸ ਖਰਾਬ ਹੋਈਆਂ ਹੋਈਆਂ, EOT ਕ੍ਰੇਨਸ ਦੇ ਬੈਰਿੰਗ ਖਰਾਬ ਹੋਏ ਹੋਏ ਆ। ਉਹਦੇ ਨਾਲ ਕੀ ਹੁੰਦਾ, ਇਹ ਇੱਕ ਐਕਸੀਡੈਂਟ ਪ੍ਰੋਨ ਏਰੀਆ ਬਣ ਜਾਂਦਾ। ਹੁਣ ਜਿੱਥੇ ਐਕਸੀਡੈਂਟ ਪ੍ਰੋਨ ਏਰੀਆ ਆ, ਵਰਕਰ ਉੱਥੇ ਡਰ ਕੇ ਕੰਮ ਕਰੇਗਾ। ਵਰਕਸ਼ਾਪ ਦੇ ਵਿੱਚ ਜਦੋਂ ਵਰਕਰ ਡਰ ਕੇ ਕੰਮ ਕਰਦਾ ਪਿਆ ਆ ਤੇ ਉਹ ਖੁੱਲ ਕੇ ਕੰਮ ਨਹੀਂ ਕਰੇਗਾ, ਜਿਹਦੇ ਨਾਲ ਉਹਦੇ ਮਨ ਦੇ ਵਿੱਚ ਇੱਕ ਧੜਕੂ ਲੱਗਾ ਰਹੇਗਾ ਔਰ ਮਸ਼ੀਨ ਦੇ ਉੱਤੇ ਕੰਮ ਕਰਦੇ ਹੋਏ ਉਹਨੂੰ ਇੱਕ ਘਬਰਾਹਟ ਔਰ ਇੰਜ਼ਾਇਟੀ ਰਹੇਗੀ, ਜਿਹਦੇ ਨਾਲ ਉਹ ਪ੍ਰੋਡਕਸ਼ਨ ਨੂੰ ਲੂਜ਼ ਕਰੇਗਾ। ਜੇ ਕਿਸੇ ਵਰਕਰ ਨੂੰ ਇਹ ਪਤਾ ਆ ਕਿ ਮੇਰੀ ਇੰਡਸਟਰੀ ਦੇ ਵਿੱਚ ਸਾਰੇ ਲਿਫਟਿੰਗ ਇਕਵਿਪਮੈਂਟ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਪਏ, ਕਦੀ ਵੀ ਕੋਈ ਇਦਾਂ ਦਾ ਫੇਲੀਅਰ ਨਹੀਂ ਹੋਇਆ, ਇਸ ਕਰਕੇ ਮੇਰਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਐਕਸੀਡੈਂਟ ਵਰਕਸ਼ਾਪ ਦੇ ਵਿੱਚ ਨਹੀਂ ਹੋ ਸਕਦਾ, ਇਸ ਕਰਕੇ ਉਹ ਵਧੀਆ ਤਰੀਕੇ ਦੇ ਨਾਲ ਕੰਮ ਕਰੇਗਾ, ਬੇਧੜਕ ਹੋ ਕੇ ਕੰਮ ਕਰੇਗਾ, ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਟਿਵਿਟੀ, ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਦੇਗਾ ਔਰ ਕੁਆਲਿਟੀ ਮੇਨਟੇਨ ਕਰੇਗਾ, ਜਿਹਦੇ ਨਾਲ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਨੈਕਸਟ ਇਜ਼ ਐਫੀਸ਼ੀਐਂਟ ਜਿਗਸ ਐਂਡ ਫਿਕਸਚਰ। ਹੁਣ ਜਿਗਸ ਐਂਡ ਫਿਕਸਚਰ ਕੀ ਹੈ? ਜਿਹਨਾਂ ਦੇ ਨਾਲ ਮੈਂ ਕੰਪੋਨੈਂਟ ਨੂੰ ਪਕੜਨਾ, ਕੋਈ ਵੀ ਆਪਰੇਸ਼ਨ, ਕੋਈ ਵੀ ਪ੍ਰੋਸੈਸ ਮੈਂ ਜਦੋਂ ਕੰਪੋਨੈਂਟ ਦੇ ਉੱਤੇ ਕਰਨੀ ਆ ਤੇ ਮੈਨੂੰ ਜਿਗਸ ਐਂਡ ਫਿਕਸਚਰ ਦੇ ਨਾਲ ਉਹਨੂੰ ਮਸ਼ੀਨ ਦੇ ਉੱਤੇ ਪਕੜਨਾ ਪਏਗਾ।
ਹੁਣ ਮੇਰੇ ਐਫੀਸ਼ੀਐਂਟ, ਇੱਥੇ ਮੈਂ ਇੱਕ ਸਪੈਸ਼ਲ ਵਰਡ ਲਿਖਿਆ ਐਫੀਸ਼ੀਐਂਟ। ਐਫੀਸ਼ੀਐਂਟ ਮੀਨਸ ਫਾਸਟ ਵਰਕਿੰਗ ਹੋਣੇ ਚਾਹੀਦੇ। ਕਈ ਵਾਰੀ ਸਾਨੂੰ ਜਿਹੜੇ ਜਿਗਸ ਐਂਡ ਫਿਕਸਚਰ ਪ੍ਰੋਵਾਈਡ ਕੀਤੇ ਜਾਂਦੇ ਆ 올ਡ ਫੈਸ਼ਨਡ ਹੁੰਦੇ ਨੇ, ਪੁਰਾਣੇ ਹੁੰਦੇ ਨੇ, ਉਹਨਾਂ ਨੂੰ ਟਾਈਟ ਕਰਨ ਦੇ ਲਈ ਜਾਂ ਕੰਪੋਨੈਂਟ ਨੂੰ ਫਿਕਸ ਕਰਨ ਦੇ ਲਈ ਮਸ਼ੀਨ ਦੇ ਉੱਪਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। ਮਸ਼ੀਨ ਨੂੰ ਜਿਗਸ ਐਂਡ ਫਿਕਸਚਰ ਨੂੰ ਸੈੱਟ ਕਰਨ ਦੇ ਲਈ ਜਿੰਨਾ ਜ਼ਿਆਦਾ ਮਸ਼ੀਨ ਦੇ ਉੱਤੇ ਟਾਈਮ ਲੱਗੇਗਾ, ਉਨਾ ਟਾਈਮ ਵੇਸਟ ਹੋ ਗਿਆ, ਉਨੀ ਪ੍ਰੋਡਕਸ਼ਨ ਲਾਸ ਹੋ ਗਈ। ਸੋ ਸਾਨੂੰ ਜਿਹੜੇ ਜਿਗਸ ਐਂਡ ਫਿਕਸਚਰ ਹੈਗੇ ਆ ਉਹ ਐਫੀਸ਼ੀਐਂਟ ਵਰਕਰ ਨੂੰ ਪ੍ਰੋਵਾਈਡ ਕਰਨੇ ਚਾਹੀਦੇ ਆ, ਤਾਂ ਜੋ ਉਹ ਜਲਦੀ ਤੋਂ ਜਲਦੀ ਆਪਣੇ ਕੰਪੋਨੈਂਟ ਨੂੰ ਮਸ਼ੀਨ ਦੇ ਉੱਤੇ ਸੈੱਟ ਕਰਕੇ ਆਪਣਾ ਪ੍ਰੋਸੈਸ ਸਟਾਰਟ ਕਰ ਸਕੇ। ਦੂਸਰਾ, ਖਰਾਬ ਨਹੀਂ ਹੋਣੇ ਚਾਹੀਦੇ। ਜੇ ਉਹ ਜਿਗਸ ਐਂਡ ਫਿਕਸਚਰ ਲੂਜ਼ ਹੈਗੇ ਆ, ਉਹਨਾਂ ਦੇ ਵਿੱਚ ਕੋਈ ਐਰਰ ਆ, ਤਾਂ ਵੀ ਸਾਡਾ ਕੰਪੋਨੈਂਟ ਜਿਹੜਾ ਡੈਮੇਜ ਹੋ ਜਾਏਗਾ। ਨੈਕਸਟ, ਪ੍ਰੋਪਰ ਐਂਡ ਐਕੂਰੇਟ ਡਾਈਜ਼। ਹੁਣ ਡਾਈਜ਼ ਆ ਜਿਹਦੇ ਵਿੱਚ ਕੰਪੋਨੈਂਟ ਬਣਨਾ, ਜਿਵੇਂ ਆਪਾਂ ਸ਼ੀਟ ਮੈਟਲ ਦਾ ਸੇ ਕੰਮ ਕਰਦੇ ਪਏ ਆ, ਉਹਦੇ ਵਿੱਚ ਕੀ ਕਰਦੇ ਆ, ਡਾਈਜ਼ ਦੇ ਵਿੱਚ ਰੱਖ ਕੇ ਉਹਨੂੰ ਪ੍ਰੈਸ ਕਰਕੇ ਆਪਾਂ ਕੰਪੋਨੈਂਟ ਤਿਆਰ ਕਰਦੇ ਆ। ਜੇ ਆਪਣਾ ਪ੍ਰੋਪਰ ਔਰ ਐਕੂਰੇਟ ਡਾਈਜ਼ ਆਪਾਂ ਨਹੀਂ ਯੂਜ਼ ਕਰਦੇ ਪਏ ਆ ਤੇ ਉਹਦੇ ਨਾਲ ਜਿਹੜੀ ਸਾਡੀ ਪ੍ਰੋਡਕਸ਼ਨ ਲੂਜ਼ ਕਰੇਗੀ। ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਵਰਕਰ ਨੂੰ ਅਸੀਂ ਪ੍ਰੋਪਰ ਤੇ ਐਕੂਰੇਟ ਡਾਈਜ਼ ਜਿਹੜੀਆਂ ਉਹ ਪ੍ਰੋਵਾਈਡ ਕਰੀਏ। ਨੈਕਸਟ, ਐਕੂਰੇਟ ਐਂਡ ਐਪਰੋਪਰੀਏਟ ਮੈਜਰਿੰਗ ਇੰਸਟਰੂਮੈਂਟ। ਇਹ ਬੜਾ ਇੰਪੋਰਟੈਂਟ ਪੁਆਇੰਟ ਆ ਕਿ ਜਿਹੜੇ ਮੈਜਰਿੰਗ ਇੰਸਟਰੂਮੈਂਟ ਨੇ ਉਹ ਵਰਕਰ ਨੂੰ ਪ੍ਰੋਪਰ ਪ੍ਰੋਵਾਈਡ ਕੀਤੇ ਜਾਣ। ਨਾਰਮਲੀ ਦੇਖਣ ਦੇ ਵਿੱਚ ਇਹ ਆਂਦਾ, ਜਿਹੜੀਆਂ ਨਾਨ ਪ੍ਰੋਫੈਸ਼ਨਲ ਇੰਡਸਟਰੀਜ਼ ਜਿਹੜੀਆਂ ਹੈਗੀਆਂ ਨੇ, ਉਹ ਵਰਕਰ ਨੂੰ ਐਪਰੋਪਰੀਏਟ ਟੂਲ ਪ੍ਰੋਵਾਈਡ ਹੀ ਨਹੀਂ ਕਰਦੇ, ਇੰਸਟਰੂਮੈਂਟ ਪ੍ਰੋਵਾਈਡ ਹੀ ਨਹੀਂ ਕਰਦੇ ਪਏ। ਹੁਣ ਵਰਕਰ ਨੇ ਡੈਪਥ ਮੈਜਰ ਕਰਨੀ ਆ, ਉਹਨੂੰ ਆਪਾਂ ਸਿੰਪਲ ਮੈਜਰਿੰਗ ਟੇਪ ਦੇਤੀ, ਉਹ ਕੀ ਕਰੇਗਾ, ਜਿਹੜੇ ਉਹਨੂੰ ਮੈਜਰ ਕਰੇਗਾ ਜਾਂ ਕੋਈ ਕੰਪੋਨੈਂਟ ਤਿਆਰ ਕਰੇਗਾ ਤੇ ਉਹਦੇ ਵਿੱਚ ਹਮੇਸ਼ਾ ਉਹਦੀ ਮੈਜਰਮੈਂਟ ਦੇ ਵਿੱਚ ਐਰਰ ਰਹਿਣਗੇ। ਉਹ ਜਾਂ ਅੱਧਾ ਮਿਲੀਮੀਟਰ ਉੱਪਰ ਕਰ ਦੂਗਾ, ਅੱਧਾ ਮਿਲੀਮੀਟਰ ਥੱਲੇ ਕਰ ਦੇਗਾ। ਹਮੇਸ਼ਾ ਜਿਹੜਾ ਹੈਗਾ ਆ ਉਹ ਪੀਸ ਦੇ ਵਿੱਚ ਕੰਸਿਸਟੈਂਟ ਸਾਈਜ਼ ਨਹੀਂ ਬਣੇਗਾ ਐਜ਼ ਪਰ ਦੀ ਸਪੈਸੀਫਿਕੇਸ਼ਨਸ। ਹੁਣ ਜਿੱਥੇ ਮੈਂ ਕੋਈ ਡੈਪਥ ਨਾਪਣੀ ਆ, ਉੱਥੇ ਮੈਨੂੰ ਡੈਪਥ ਗੇਜ ਚਾਹੀਦੀ ਆ। ਮਕੈਨੀਕਲ ਦੇ ਬੱਚਿਆਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਆ, ਮਕੈਨੀਕਲ ਜਿੰਨੇ ਵੀ ਮੇਰੇ ਪਾਰਟਿਸਪੈਂਟਸ ਬੈਠੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਡੈਪਥ ਗੇਜਿਸ ਹੁੰਦੀਆਂ ਨੇ ਡੈਪਥ ਨਾਪਣ ਨੂੰ। ਜੇ ਅਸੀਂ ਡਾਇਆਮੀਟਰ ਨਾਪਣਾ ਹੈ, ਜਿਵੇਂ ਵਰਨੀਅਰ ਕੈਲੀਪਰ ਉੱਥੇ ਯੂਜ਼ ਕਰਨਾ, ਮਾਈਕਰੋਮੀਟਰ ਉੱਥੇ ਯੂਜ਼ ਕਰਨਾ ਹੈ, ਤੇ ਮਾਈਕਰੋਮੀਟਰ ਵਾਲੀ ਜਗ੍ਹਾ ਤੇ ਜਿੰਨੀ ਐਕੂਰੇਸੀ ਚਾਹੀਦੀ ਉੱਥੇ ਮਾਈਕਰੋਮੀਟਰ ਹੀ ਯੂਜ਼ ਕੀਤਾ ਜਾਵੇ। ਜਿੱਥੇ ਕੈਲੀਪਰਸ ਦੀ ਜ਼ਰੂਰਤ ਆ ਉੱਥੇ ਕੈਲੀਪਰਸ ਹੀ ਯੂਜ਼ ਕੀਤੇ ਜਾਣ। ਔਰ ਜਿਹੜਾ ਵੀ ਮੈਜਰਿੰਗ ਇੰਸਟਰੂਮੈਂਟ ਜਿੱਥੇ ਅਪਰੋਪਰੀਏਟ ਹੈਗਾ ਉੱਥੇ ਯੂਜ਼ ਕਰਨਾ ਬਣਦਾ। ਔਰ ਇੰਡਸਟਰੀ ਨੂੰ ਚਾਹੀਦਾ ਕਿ ਉਹੀ ਵਾਲੇ ਜਿਹੜੇ ਮੈਜਰਿੰਗ ਇੰਸਟਰੂਮੈਂਟ ਆ ਵਰਕਰ ਨੂੰ ਕੰਮ ਕਰਨ ਨੂੰ ਦਿੱਤੇ ਜਾਣ, ਤਾਂ ਜੋ ਮੇਰੀ ਰਿਜੈਕਸ਼ਨ ਨਾ ਹੋਵੇ ਔਰ ਵਰਕਰ ਜਿਹੜਾ ਹੈਗਾ ਆ ਉਹ ਬੇਧੜਕ ਹੋ ਕੇ ਕੰਮ ਕਰੇ। ਸੋ ਐਕੂਰੇਟ ਐਂਡ ਐਪਰੋਪਰੀਏਟ ਮੈਜਰਿੰਗ ਇੰਸਟਰੂਮੈਂਟ ਨੂੰ ਅਸੀਂ ਡਿਸਕਸ ਕਰ ਲਿਆ। ਨੈਕਸਟ ਇੱਕ ਪੁਆਇੰਟ ਮਿਸਲੇਨੀਅਸ ਹੈਗਾ, ਗਲਵਜ਼, ਹੈਲਮੇਟਸ, ਸੇਫਟੀ ਸ਼ੂਜ਼। ਇਹ ਬਹੁਤ ਇੰਪੋਰਟੈਂਟ ਪੁਆਇੰਟ ਆ। ਛੋਟੇ ਜਿਹੇ ਪੁਆਇੰਟ ਹੁੰਦੇ ਨੇ ਪਰ ਇਹਨੂੰ ਇੰਡਸਟਰੀਜ਼ ਇਗਨੋਰ ਕਰ ਦਿੰਦੀਆਂ ਨੇ। ਜਦੋਂ ਵਰਕਰ ਕੰਮ ਕਰਦਾ ਆ, ਸੇ ਉੱਥੇ ਉਹਨੇ ਕੋਈ ਵਰਕ ਪੀਸ ਉਠਾਉਣਾ ਆ, ਬਹੁਤ ਗਰਮ ਹੈਗਾ, ਉਹਨੂੰ ਗਲਵਜ਼ ਨਹੀਂ ਪ੍ਰੋਵਾਈਡ ਕੀਤੇ ਹੋਏ, ਜਾਂ ਕੋਈ ਇਦਾਂ ਦੇ ਚਾਂਸਿਸ ਨੇ ਜਿੱਥੇ ਕਟਿੰਗ ਸ਼ਾਰਪ ਐਜਿਸ ਯੂਜ਼ ਕਰਦੇ ਪਏ, ਉੱਥੇ ਉਹਦੇ ਹੱਥਾਂ ਦੇ ਉੱਤੇ ਡੈਮੇਜ ਹੋਣ ਦੇ ਚਾਂਸਿਸ ਹੁੰਦੇ ਆ। ਜਿੱਥੇ ਹੈਵੀ ਲੋਡਸ ਹੈਗੇ ਆ ਉੱਥੇ ਵਰਕਰ ਹੈਲਮੇਟਸ ਦੇ ਨਾਲ ਕੰਮ ਕਰਨਾ ਹੁੰਦਾ, ਰਾਈਟ। ਔਰ ਸੇਫਟੀ ਸ਼ੂਜ਼, ਜਿੱਥੇ ਕੋਈ ਸਮਾਨ ਗਿਰ ਜਵੇ ਉੱਥੇ ਸੇਫਟੀ ਸ਼ੂਜ਼ ਦੀ ਜ਼ਰੂਰਤ ਹੁੰਦੀ ਹੈ। ਜੇ ਅਸੀਂ ਵਰਕਰ ਨੂੰ ਇਹ ਚੀਜ਼ਾਂ ਪ੍ਰੋਵਾਈਡ ਨਹੀਂ ਕਰਦੇ ਤਾਂ ਉਹ ਥੋੜਾ ਡਰ ਕੇ ਕੰਮ ਕਰੇਗਾ। ਜਿਵੇਂ ਮੈਂ ਲਿਫਟਿੰਗ ਇਕਵਿਪਮੈਂਟਸ ਪਿੱਛੇ ਗੱਲ ਕੀਤੀ ਸੀ, ਜੇ ਉਹ ਡਰ ਕੇ ਕੰਮ ਕਰਦਾ, ਉਹਦੇ ਮਨ 'ਚ ਕੋਈ ਘਬਰਾਹਟ ਆ, ਐਂਜ਼ਾਈਟੀ ਆ, ਤੇ ਉਹ ਪ੍ਰੋਡਕਸ਼ਨ ਲੂਜ਼ ਕਰੇਗਾ, ਕਿਉਂਕਿ ਉਹਨੂੰ ਵਧੀਆ ਤਰੀਕੇ ਦੇ ਨਾਲ ਕੰਮ ਕਰਨ ਨੂੰ ਖੁੱਲ ਕੇ ਇੱਕ ਮੌਕਾ ਨਹੀਂ ਮਿਲਦਾ ਪਿਆ। ਸੋ ਇਹ ਸਾਰੀਆਂ ਵਰਕਿੰਗ ਏਡਸ ਆ। ਜੇ ਜਿੰਨੀਆਂ ਵੀ ਵਰਕਿੰਗ ਏਡਸ ਮੈਂ ਡਿਸਕਸ ਕੀਤੀਆਂ ਨੇ, good and appropriate tools, good machines, proper lifting equipment, efficient jigs and fixture, proper and accurate dies, accurate and appropriate measuring instruments, gloves, helmets, safety shoes। ਇਹ ਸਾਰੀਆਂ working aids ਅਸੀਂ ਵਰਕਰ ਨੂੰ ਪ੍ਰੋਵਾਈਡ ਕਰਾਂਗੇ ਤਾਂ ਪ੍ਰੋਡਕਟਿਵਿਟੀ ਜਿਹੜੀ ਆ ਉਹ ਇਨਹਾਂਸ ਹੋਏਗੀ, ਇਨਕਰੀਜ਼ ਹੋਏਗੀ। ਹੁਣ ਪੇਪਰ ਦੇ ਵਿੱਚ ਕਿਸੇ ਵੇਲੇ ਸਟੂਡੈਂਟਸ ਨੂੰ question ਆ ਜਾਂਦਾ, which of the following is the working aid used in the industry। ਕੋਈ ਵੀ ਇਹਨਾਂ ਵਿੱਚੋਂ ਆ ਸਕਦਾ, ਤੁਸੀਂ ਉਹਨੂੰ ਆਨਸਰ ਕਰਨਾ। ਜਿਵੇਂ ਐਫੀਸ਼ੀਐਂਟ ਜਿਗਸ ਐਂਡ ਫਿਕਸਚਰ ਆ ਗਿਆ, ਕਿਹੜੀਆਂ ਵਰਕਿੰਗ ਏਡਸ ਇਦਾਂ ਦੀਆਂ ਨੇ ਜਿਹੜੀਆਂ ਪ੍ਰੋਡਕਟਿਵਿਟੀ ਨੂੰ ਅਫੈਕਟ ਕਰਦੀਆਂ ਪਈਆਂ। ਕੋਈ ਆਪਸ਼ਨ ਇਹਨਾਂ ਵਿੱਚੋਂ ਆ ਸਕਦੀ ਹੈ। ਵੈਸੇ ਵੀ ਇਹਨਾਂ ਤੋਂ ਬਾਹਰ ਵੀ ਕੋਈ ਆਪਸ਼ਨ ਆ ਸਕਦੀ ਹੈ। ਤੁਹਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਕਿ ਵਰਕਿੰਗ ਏਡਸ ਕਿਹੜੀਆਂ ਹੋਰ ਹੋ ਸਕਦੀਆਂ। ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਵਰਕਿੰਗ ਏਡਸ ਜਿਹੜੀਆਂ ਉਹ ਇੰਡਸਟਰੀ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ।
ਸੋ ਇਹ ਵਰਕਿੰਗ ਏਡਸ ਵਧੀਆ ਪ੍ਰੋਵਾਈਡ ਕਰਾਂਗੇ ਤਾਂ ਪ੍ਰੋਡਕਟਿਵਿਟੀ ਜਿਹੜੀ ਆ ਉਹ ਇਨਹਾਂਸ ਹੋਏਗੀ। ਨੈਕਸਟ ਇਜ਼ ਇਨਵਾਇਰਨਮੈਂਟ। ਇਨਵਾਇਰਨਮੈਂਟ ਦੇ ਨਾਲ ਵੀ ਪ੍ਰੋਡਕਟਿਵਿਟੀ ਦਾ ਬਹੁਤ ਫਰਕ ਪੈਂਦਾ ਆ। ਜਿਹੜਾ ਵਰਕਰ ਹੈਗਾ ਉਹਨੂੰ ਵਰਕ ਪਲੇਸ ਦੇ ਉੱਤੇ ਕਿੱਦਾਂ ਦਾ ਇਨਵਾਇਰਨਮੈਂਟ ਕੰਮ ਕਰਨ ਨੂੰ ਮਿਲਦਾ ਪਿਆ। ਹੁਣ ਵਰਕਰ ਜਿਹੜਾ ਆ ਉਹ ਕੰਟਰੋਲ ਆਫ ਟੈਂਪਰੇਚਰਸ ਹੀ ਨਹੀਂ ਆ, ਉਹ ਕਿਸੇ ਫਰਨਸ ਦੇ ਕੋਲ ਕੰਮ ਕਰਦਾ ਪਿਆ। ਓਬਵੀਅਸ ਹੈਗਾ ਜੇ ਫਰਨਸ ਦੇ ਕੋਲ ਕੋਈ ਵਰਕਰ ਕੰਮ ਕਰਦਾ ਪਿਆ ਤਾਂ ਉਹਨੂੰ ਹੀਟ ਦੇ ਵਿੱਚ ਹੀ ਕੰਮ ਕਰਨਾ ਪਏਗਾ। ਹੁਣ ਜੇ ਵਰਕਰ ਹੀਟ ਦੇ ਵਿੱਚ ਕੰਮ ਕਰਦਾ ਪਿਆ ਆ, ਉਹਦੇ ਲਈ ਕੋਈ ਸੇਫਟੀ ਪ੍ਰੀਕਾਸ਼ਨਸ ਇੰਡਸਟਰੀ ਨੇ ਯੂਜ਼ ਕਰਨੀਆਂ ਨੇ, ਜਿਵੇਂ ਉਹਨਾਂ ਨੇ ਸਕਰੀਨ ਅੱਗੇ ਟੈਂਪਰੇਚਰ ਸਕਰੀਨ ਯੂਜ਼ ਕਰਨੀਆਂ, ਜਾਂ ਟੈਂਪਰੇਚਰ ਅੱਗੇ ਉਹਦੇ ਫੇਸ ਦੇ ਉੱਤੇ ਕੋਈ ਇਦਾਂ ਦੀ ਸਕਰੀਨ ਯੂਜ਼ ਕਰਨਗੇ ਜਿਹੜਾ ਉਹਨੂੰ ਟੈਂਪਰੇਚਰ ਮਹਿਸੂਸ ਜ਼ਿਆਦਾ ਨਾ ਹੋਵੇ, ਉਹਦੀ ਜਿਹੜੀ ਸਕਿਨ ਡੈਮੇਜ ਨਾ ਹੋਵੇ, ਜਾਂ ਉਹਨੂੰ ਜ਼ਿਆਦਾ ਗਰਮੀ ਨਾ ਲੱਗੇ। ਇਹ ਇੱਕ ਫੈਕਟਰ ਹੈਗਾ। ਇਸ ਤੋਂ ਇਲਾਵਾ ਜਿਹੜੇ ਵਰਕਰਸ ਨੇ ਜਿਵੇਂ ਕੰਟਰੋਲ ਰੂਮਸ ਦੇ ਵਿੱਚ ਕੰਮ ਕਰਨਾ ਆ ਜਾਂ ਕਿਸੇ ਕੰਪਿਊਟਰਸ ਦੇ ਉੱਤੇ ਕੰਮ ਕਰਨਾ ਆ, ਹੁਣ ਕੰਪਿਊਟਰ ਤੇ ਕੰਮ ਕਰਨਾ ਜਾਂ ਟਾਈਪਿੰਗ ਵਰਕ ਕਰਨਾ ਆ, ਉੱਥੇ ਪੇਪਰ ਵਰਕ ਹੈਗਾ ਹੈ, ਜੇ ਉੱਥੇ ਗਰਮੀ ਬਹੁਤ ਜ਼ਿਆਦਾ ਆ ਤੇ ਜਦੋਂ ਉਹ ਕੰਮ ਕਰੇਗਾ ਤੇ ਉਹਦੇ ਨਾਲ ਕੀ ਹੋ ਜਾਏਗਾ, ਉਹ ਪੇਪਰ ਆ ਜਿੱਥੇ ਕੰਮ ਕਰਦਾ ਪਿਆ ਜਾਂ ਉਹਨੂੰ ਕੰਸੈਂਟਰੇਸ਼ਨ ਨਹੀਂ ਮਿਲਦੀ ਪਈ, ਪੇਪਰ ਡੈਮੇਜ ਹੋ ਰਿਹਾ ਆ। ਤੇ ਇਨਵਾਇਰਨਮੈਂਟ ਬਹੁਤ ਜ਼ਰੂਰੀ ਆ, ਨਾ ਬਹੁਤ ਜ਼ਿਆਦਾ ਗਰਮੀ ਹੋਵੇ ਨਾ ਸਰਦੀ ਹੋਵੇ। ਇਸ ਤਰੀਕੇ ਦੇ ਨਾਲ ਜੇ ਵਰਕਰ ਨੂੰ ਇਨਵਾਇਰਨਮੈਂਟ ਮਿਲੇਗਾ ਤੇ ਉਹਦੀ ਐਫੀਸ਼ੀਐਂਸੀ ਇਨਕਰੀਜ਼ ਹੋਏਗੀ ਔਰ ਪ੍ਰੋਡਕਟਿਵਿਟੀ ਇਨਹਾਂਸ ਹੋਏਗੀ। ਨੈਕਸਟ ਇਜ਼ ਕੰਟਰੋਲ ਆਫ ਹਿਊਮਿਡਿਟੀ। ਹਿਊਮਿਡਿਟੀ ਜਿਹੜੀ ਹੈਗੀ ਆ ਉਹਦਾ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ। ਨਮੀ, ਤੁਸੀਂ ਦੇਖਿਆ ਹੋਣਾ ਜਦੋਂ ਮੌਸਮ ਜਿਹੜਾ ਹੈਗਾ ਹੈ ਜੁਲਾਈ ਦੇ ਵਿੱਚ ਚਲੇ ਜਾਈਏ ਤਾਂ ਸਾਨੂੰ ਬਹੁਤ ਜ਼ਿਆਦਾ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ, ਔਰ ਉਹ ਕਿਉਂ ਆਉਂਦਾ, ਕਿਉਂਕਿ ਏਅਰ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ। ਇਸੇ ਤਰ੍ਹਾਂ ਇੰਡਸਟਰੀ ਦੇ ਵਿੱਚ ਜੇ ਕੋਈ ਪ੍ਰੋਡਕਟ ਇਦਾਂ ਦੇ ਤਿਆਰ ਹੋ ਰਿਹਾ ਜਿਹਨੂੰ ਹਿਊਮਿਡਿਟੀ ਖਰਾਬ ਕਰਦੀ ਪਈ ਹੈ, ਸੇ ਕੋਈ ਇਲੈਕਟ੍ਰੋਨਿਕਸ ਪ੍ਰੋਡਕਟ ਹੈ, ਇਲੈਕਟ੍ਰੀਕਲ ਪ੍ਰੋਡਕਟਸ ਹੈਗੇ ਆ, ਉਹ ਉੱਥੇ ਜੇ ਹਿਊਮਿਡਿਟੀ ਦੀ ਜਿਹੜੀ ਪਰਸੈਂਟੇਜ ਏਅਰ ਦੇ ਵਿੱਚ ਵੱਧ ਜਾਏਗੀ ਤਾਂ ਉਹ ਕੰਪੋਨੈਂਟਸ ਡੈਮੇਜ ਹੋਣ ਦੇ ਚਾਂਸਸ ਹੁੰਦੇ ਆ। ਸਿਮਿਲਰਲੀ ਜੇ ਕੋਈ ਮੈਟੈਲਿਕ ਪਾਰਟਸ ਇਦਾਂ ਦੇ ਹੈਗੇ ਆ, ਕੋਈ ਰॉ ਮਟੀਰੀਅਲ ਇਦਾਂ ਦਾ ਹੈਗਾ ਆ, ਉਹਦੇ ਤੇ ਹਿਊਮਿਡਿਟੀ ਆ ਗਈ, ਕੀ ਹੋਏਗਾ, ਉਹਦੇ ਤੇ ਰਸਟ ਲੱਗ ਜਾਏਗੀ, ਆਕਸੀਡੇਸ਼ਨ ਹੋ ਜਾਏਗੀ, ਉਹਦੇ ਨਾਲ ਜਿਹੜਾ ਕੰਪੋਨੈਂਟ ਮੇਰਾ ਹੈਗਾ ਜਾਂ ਰॉ ਮਟੀਰੀਅਲ ਹੈਗਾ ਉਹ ਡੈਮੇਜ ਹੋਣ ਦੇ ਚਾਂਸਸ ਹੁੰਦੇ ਆ। ਜੇ ਮੇਰਾ ਰॉ ਮਟੀਰੀਅਲ ਡੈਮੇਜ ਹੋ ਗਿਆ ਜਾਂ ਮੇਰਾ ਫਾਈਨਲ ਪ੍ਰੋਡਕਟ ਡੈਮੇਜ ਹੋ ਗਿਆ ਤੇ ਉਹਦੇ ਨਾਲ ਜਿਹੜੀ ਮੇਰੀ ਰਿਜੈਕਸ਼ਨ ਰੇਟ ਵੱਧ ਜਾਏਗਾ, ਜਿਹਦੇ ਨਾਲ ਮੇਰੀ ਪ੍ਰੋਡਕਟਿਵਿਟੀ ਜਿਹੜੀ ਆ ਲੂਜ਼ ਹੋ ਜਾਏਗੀ। ਸੋ ਦੋ ਗੱਲਾਂ ਮੈਂ ਡਿਸਕਸ ਕੀਤੀਆਂ ਨੇ। ਵਨ ਇਜ਼ ਟੈਂਪਰੇਚਰ ਕੰਟਰੋਲ, ਆਪਾਂ ਵਰਕਰ ਨੂੰ ਵਧੀਆ ਟੈਂਪਰੇਚਰ ਕੰਟਰੋਲ ਕਰਕੇ ਦੇਣਾ ਕਿ ਵਧੀਆ ਤਰੀਕੇ ਦੇ ਨਾਲ ਉਹ ਕੰਫਰਟੇਬਲੀ ਵਰਕ ਪਲੇਸ ਦੇ ਉੱਤੇ ਕੰਮ ਕਰ ਸਕੇ। ਦੂਸਰਾ ਹਿਊਮਿਡਿਟੀ ਕੰਟਰੋਲ ਕਰਨਾ ਹੈ ਤਾਂ ਜੋ ਕੰਪੋਨੈਂਟਸ ਮੇਰੇ ਜਿਹੜੇ ਆ ਉਹ ਡੈਮੇਜ ਨਾ ਹੋਣ। ਨੈਕਸਟ ਕੰਟਰੋਲ ਆਫ ਵਾਈਬ੍ਰੇਸ਼ਨ ਐਟ ਮਸ਼ੀਨਸ। ਹੁਣ ਵਾਈਬ੍ਰੇਸ਼ਨ ਐਟ ਮਸ਼ੀਨਸ ਕੀ ਚੀਜ਼ ਹੈਗੀ ਆ, ਜਦੋਂ ਵੀ ਇੰਡਸਟਰੀ ਦੇ ਵਿੱਚ ਜੇ ਅਸੀਂ ਕਾਫੀ ਮੇਰੇ ਪਾਰਟਿਸਿਪੈਂਟਸ ਇਦਾਂ ਦੇ ਬੈਠੇ ਹੋਏ ਆ ਸੀਨੀਅਰਸ ਜਿਹੜੇ ਇੰਡਸਟਰੀ ਦੇ ਵਿੱਚ ਗਏ ਨੇ, ਸਟੂਡੈਂਟਸ ਜਿਹੜੇ ਬੈਠੇ ਹੋਏ ਨੇ ਉਹ ਇੰਡਸਟਰੀ ਦੇ ਵਿੱਚ ਉਹਨਾਂ ਦੇ ਟੀਚਰਸ ਨੇ ਜ਼ਰੂਰ ਉਹਨਾਂ ਨੂੰ ਵਿਜ਼ਿਟ ਕਰਵਾਇਆ ਹੋਏਗਾ। ਕਈ ਵਾਰੀ ਅਸੀਂ ਮਕੈਨੀਕਲ ਓਰੀਐਂਟਡ ਇੰਡਸਟਰੀਜ਼ ਦੇ ਵਿੱਚ ਜਾਂਦੇ ਆ ਤਾਂ ਤੁਸੀਂ ਦੇਖਿਆ ਮਸ਼ੀਨਾਂ ਦੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਆ। ਆਵਾਜ਼ ਕੀ ਆ, ਉਹ ਵਾਈਬ੍ਰੇਸ਼ਨ ਬਹੁਤ ਜ਼ਿਆਦਾ, ਜਿਹੜਾ ਆਪਰੇਟਰ ਮਸ਼ੀਨ ਦੇ ਉੱਤੇ ਖੜਾ ਹੋ ਕੇ ਕੰਮ ਕਰਦਾ ਪਿਆ ਹੈ ਉਹਨੂੰ ਇੱਕ ਫਿਜ਼ੀਕਲ ਡਿਸਟਰਬੈਂਸ ਔਰ ਮੈਂਟਲ ਡਿਸਟਰਬੈਂਸ ਬਹੁਤ ਜ਼ਿਆਦਾ ਰਹਿ ਰਹੀ ਹੈ, ਕਿਉਂਕਿ ਮਸ਼ੀਨਾਂ ਦੇ ਵਿੱਚ ਵਾਈਬ੍ਰੇਸ਼ਨ ਬਹੁਤ ਆ। ਹੁਣ ਜੇ ਵਾਈਬ੍ਰੇਸ਼ਨ ਹੈਗੀ ਉਹਦਾ ਇੱਕ ਤਾਂ ਨੁਕਸਾਨ ਇਹ ਆ ਕਿ ਵਰਕਰ ਡਿਸਟਰਬ ਹੋ ਰਿਹਾ ਕੰਮ ਕਰਦਾ ਹੈ। ਦੂਸਰਾ, ਜਿਹੜੇ ਉਸ ਮਸ਼ੀਨ ਦੇ ਉੱਤੇ ਕੰਟਰੋਲਸ ਲੱਗੇ ਹੋਏ ਆ, ਜਿਵੇਂ ਸੈਂਸਰਸ ਲੱਗੇ ਹੋਏ ਆ, ਕੋਈ ਜਿਗਸ ਐਂਡ ਫਿਕਸਚਰ ਲੱਗੇ ਹੋਏ ਆ, ਜਾਂ ਮਸ਼ੀਨ ਦੇ ਵਿੱਚ ਕੋਈ ਰੋਟੇਟਿੰਗ ਪਾਰਟਸ ਹੈਗੇ ਆ, ਉਹ ਵਾਈਬ੍ਰੇਸ਼ਨ ਦੇ ਨਾਲ ਲੂਜ਼ ਹੋ ਜਾਣਗੇ। ਹੁਣ ਸੈਂਸਰ ਲੂਜ਼ ਹੋ ਗਿਆ, ਮੈਜਰਮੈਂਟਸ ਦਾ ਫਰਕ ਪੈ ਗਿਆ, ਜਾਂ ਅਗਲੀ ਪ੍ਰੋਸੈਸ ਦੇ ਵਿੱਚ ਡਿਲੇ ਹੋ ਗਈ, ਜਾਂ ਮਸ਼ੀਨ ਬ੍ਰੇਕਡਾਊਨ ਹੋ ਗਈ। ਔਰ ਜੇ ਕੁਝ ਰੋਟੇਟਿੰਗ ਪਾਰਟ ਹੈਗਾ ਆ ਤੇ ਉਹਦੇ ਨਾਲ ਕੀ ਹੋਏਗਾ, ਉਹ ਸਾਡੇ ਨਟ ਬੋਲਟ ਲੂਜ਼ ਹੋ ਗਏ, ਉਹਦੇ ਨਾਲ ਵੀ ਸਾਡੀ ਜਿਹੜੀ ਆ ਉਹ ਬ੍ਰੇਕਡਾਊਨ ਆ ਜਾਏਗੀ। ਸੋ ਕੰਟਰੋਲ ਆਫ ਵਾਈਬ੍ਰੇਸ਼ਨ ਬਹੁਤ ਜ਼ਰੂਰੀ ਹੈ ਮਸ਼ੀਨ ਦੇ ਉੱਤੇ। ਹੁਣ ਆਪਾਂ ਕਿਸ ਤਰੀਕੇ ਦੇ ਨਾਲ ਮਸ਼ੀਨ ਦੇ ਉੱਤੇ ਵਾਈਬ੍ਰੇਸ਼ਨ ਨੂੰ ਕੰਟਰੋਲ ਕਰਨਾ, ਮੈਂ ਨੀਚੇ ਲਿਖਿਆ ਹੋਇਆ ਮਸ਼ੀਨਾਂ ਦੀ ਪ੍ਰੋਪਰ ਲੈਵਲਿੰਗ ਹੋਣੀ ਚਾਹੀਦੀ ਹੈ ਔਰ ਮਸ਼ੀਨਾਂ ਦੇ ਨੀਚੇ ਇੱਕ ਵਾਈਬ੍ਰੇਸ਼ਨ ਪੈਡਸ ਆਉਂਦੇ ਨੇ ਜਿਹੜੀਆਂ ਮਸ਼ੀਨਾਂ ਵਾਈਬ੍ਰੇਸ਼ਨ ਜ਼ਿਆਦਾ ਕਰਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਪਾਰਟਸ ਕੁਝ ਰੋਟੇਟਿੰਗ ਜਾਂ ਰੈਸੀਪ੍ਰੋਕੇਟਿੰਗ ਪਾਰਟਸ ਇਦਾਂ ਦੇ ਲੱਗੇ ਹੋਏ ਆ ਕਿ ਉਹ ਜਿਹੜੇ ਆ ਵਾਈਬ੍ਰੇਸ਼ਨ ਕਰਨਗੇ। ਉਹਨਾਂ ਦੇ ਵਿੱਚ ਉਹ ਮਸ਼ੀਨਾਂ ਦੀ ਪ੍ਰੋਪਰ ਲੈਵਲਿੰਗ ਔਰ ਵਾਈਬ੍ਰੇਸ਼ਨ ਪੈਡਸ ਨੀਚੇ ਲੱਗੇ ਹੋਣੇ ਚਾਹੀਦੇ ਆ ਤਾਂ ਜੋ ਉਸ ਮਸ਼ੀਨ ਦੇ ਉੱਤੇ ਵਾਈਬ੍ਰੇਸ਼ਨ ਲੈਵਲ ਨੂੰ ਕੰਟਰੋਲ ਕੀਤਾ ਜਾਵੇ। 100% ਵਾਈਬ੍ਰੇਸ਼ਨ ਕਦੀ ਵੀ ਕੰਟਰੋਲ ਨਹੀਂ ਹੁੰਦੀ, ਬਟ ਟੂ ਸਮ ਐਕਸਟੈਂਟ ਜਿੱਥੇ ਵਰਕਰ ਕੰਫਰਟੇਬਲ ਹੈਗਾ ਉੱਥੇ ਤੱਕ ਅਸੀਂ ਵਾਈਬ੍ਰੇਸ਼ਨ ਨੂੰ ਮਸ਼ੀਨ ਦੇ ਉੱਤੇ ਕੰਟਰੋਲ ਕਰ ਦੇਣਾ
ਤਾਂ ਜੋ ਵਰਕਰ ਨੂੰ ਵੀ ਪ੍ਰੋਬਲਮ ਨਾ ਆਵੇ ਔਰ ਮਸ਼ੀਨ ਦੇ ਵਿੱਚ ਜਿਹੜੇ ਕੰਪੋਨੈਂਟਸ ਹੈਗੇ ਆ ਉਹ ਵੀ ਡਿਸਟਰਬ ਹੋ ਕੇ ਮਸ਼ੀਨ ਦੀਆਂ ਬ੍ਰੇਕਡਾਊਨਸ ਨਾ ਹੋਣ। ਨੈਕਸਟ ਇਜ਼ ਕੰਟਰੋਲ ਆਫ ਸਾਊਂਡ ਲੈਵਲ ਐਟ ਵਰਕਪਲੇਸ। ਹੁਣ ਵਰਕਪਲੇਸ ਦੇ ਉੱਤੇ ਸਾਊਂਡ ਲੈਵਲ ਜਿਹੜਾ ਹੈਗਾ ਉਹਨੂੰ ਕੰਟਰੋਲ ਕਰਨਾ। ਤੁਸੀਂ ਦੇਖੋ ਕਿਸੇ ਵੇਲੇ ਬਹੁਤ ਜ਼ਿਆਦਾ ਮਸ਼ੀਨ ਸਾਊਂਡ ਕਰਦੀਆਂ ਨੇ, ਉਹਦੇ ਨਾਲ ਕੀ ਹੁੰਦਾ, ਜਿਹੜੀਆਂ ਨਾਲ ਦੀਆਂ ਮਸ਼ੀਨਾਂ ਚੱਲਦੀਆਂ ਪਈਆਂ ਜਿਹਨਾਂ ਦੀ ਮਸ਼ੀਨਾਂ ਦੀ ਆਵਾਜ਼ ਨਹੀਂ ਹੈਗੀ ਉਹ ਵੀ ਵਰਕਰ ਜਿਹੜੇ ਆ ਸਾਡੇ ਡਿਸਟਰਬ ਹੋਣਗੇ। ਹੁਣ ਜਿਹੜੇ ਸਾਊਂਡ ਲੈਵਲ ਬਹੁਤ ਜ਼ਿਆਦਾ ਹੈਗਾ, ਇੱਕ ਤਾਂ ਇਦਾਂ ਦੀਆਂ ਮਸ਼ੀਨਾਂ ਨੂੰ ਪ੍ਰੋਪਰ ਕੈਬਿਨਸ ਦੇ ਵਿੱਚ ਬੰਦ ਕੀਤਾ ਹੋਣਾ ਚਾਹੀਦਾ ਆ ਤਾਂ ਜੋ ਉਹਨਾਂ ਦਾ ਕਿਸੇ ਵੀ ਤਰ੍ਹਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਜ਼ਿਆਦਾ ਬਾਹਰ ਨਾ ਆਵੇ ਉਸ ਕੈਬਿਨ ਤੋਂ। ਉਹਦੀ ਪ੍ਰੋਪਰ ਪੈਕਿੰਗ ਹੋਣੀ ਚਾਹੀਦੀ ਹੈ ਆਸ-ਪਾਸ ਕੈਬਿਨ ਦੀ। ਇਸ ਤੋਂ ਇਲਾਵਾ ਵਰਕਰ ਨੂੰ ਵੀ ਤਾਂ ਜੋ ਉਹ ਡਿਸਟਰਬ ਨਾ ਹੋਵੇ ਉਹਨਾਂ ਨੂੰ ਈਅਰ ਪੈਡਸ ਈਅਰ ਗਾਰਡਸ ਪ੍ਰੋਵਾਈਡ ਕਰਨੇ ਚਾਹੀਦੇ ਜਿਹੜੇ ਉਹ ਵਰਕਰ ਉੱਥੇ ਕੰਮ ਕਰਦੇ ਪਏ, ਕਿਉਂਕਿ ਜਿੰਨਾ ਜ਼ਿਆਦਾ ਸਾਊਂਡ ਲੈਵਲ ਆਏਗਾ ਉਹਨੇ ਜ਼ਿਆਦਾ ਜਿਹੜੇ ਆਪਾਂ ਵਰਕਰ ਡਿਸਟਰਬ ਰਹੇਗਾ ਔਰ ਉਹਨੂੰ ਕੋਈ ਨਾ ਕੋਈ ਈਅਰ ਨਾਲ ਰਿਲੇਟਡ ਪ੍ਰੋਬਲਮ ਵੀ ਆ ਸਕਦੀ, ਕੋਈ ਡਿਜ਼ੀਜ਼ ਵੀ ਲੱਗ ਸਕਦੀ ਹੈ ਜਾਂ ਉਹਦੇ ਈਅਰ ਡੈਮੇਜ ਵੀ ਹੋ ਸਕਦੀ ਹੈ, ਕਿਉਂਕਿ ਸਰਟਨ ਫ੍ਰੀਕੁਐਂਸੀ ਦੇ ਉੱਤੇ ਹੀ ਆਪਾਂ ਸੁਣ ਸਕਦੇ ਹਾਂ, ਸਰਟਨ ਫ੍ਰੀਕੁਐਂਸੀ ਦੇ ਉੱਤੇ ਹੀ ਸਾਨੂੰ ਜਿਹੜੇ ਮਸ਼ੀਨਾਂ ਦਾ ਸਾਊਂਡ ਲੈਵਲ ਹੋਣਾ ਚਾਹੀਦਾ ਹੈ। ਇਸ ਕਰਕੇ ਸਾਊਂਡ ਲੈਵਲ ਵੀ ਇੰਡਸਟਰੀ ਦੇ ਵਿੱਚ ਜੇ ਆਪਾਂ ਵਧੀਆ ਤਰੀਕੇ ਦੇ ਨਾਲ ਵਰਕਰ ਨੂੰ ਕੰਟਰੋਲ ਕਰਕੇ ਪ੍ਰੋਵਾਈਡ ਕਰਾਂਗੇ ਤਾਂ ਉਹਦੇ ਨਾਲ ਪ੍ਰੋਡਕਟਿਵਿਟੀ ਜਿਹੜੀ ਆ ਇਨਹਾਂਸ ਹੋਏਗੀ। ਹੁਣ ਇਨਵਾਇਰਨਮੈਂਟ ਦੇ ਵਿੱਚ ਮੈਂ 4 ਚੀਜ਼ਾਂ ਦੇ ਉੱਤੇ ਫੋਕਸ ਕੀਤਾ। ਵਨ ਇਜ਼ ਟੈਂਪਰੇਚਰ, ਹਿਊਮਿਡਿਟੀ, ਕੰਟਰੋਲ ਆਫ ਵਾਈਬ੍ਰੇਸ਼ਨ ਐਟ ਮਸ਼ੀਨਸ, ਕੰਟਰੋਲ ਆਫ ਸਾਊਂਡ ਲੈਵਲ ਐਟ ਵਰਕਪਲੇਸ। ਇਹ 4 ਚੀਜ਼ਾਂ ਦੇ ਉੱਤੇ ਜੇ ਕੋਈ ਇੰਡਸਟਰੀ ਫੋਕਸ ਕਰਦੀ ਪਈ ਆ ਤੇ ਉਹਦੇ ਨਾਲ ਜਿਹੜਾ ਹੈਗਾ ਆ ਇਨਵਾਇਰਨਮੈਂਟ ਕੰਟਰੋਲ ਹੋਏਗਾ, ਇਨਵਾਇਰਨਮੈਂਟ ਕੰਟਰੋਲ ਹੋਏਗਾ, ਪ੍ਰੋਡਕਟਿਵਿਟੀ ਜਿਹੜੀ ਆ ਉਹ ਇਨਹਾਂਸ ਹੋਏਗੀ, ਇਨਕਰੀਜ਼ ਹੋਏਗੀ ਪ੍ਰੋਡਕਟਿਵਿਟੀ। ਨੈਕਸਟ ਇਜ਼ ਆਟੋਮੇਸ਼ਨ। ਆਟੋਮੇਸ਼ਨ ਸਾਰਿਆਂ ਨੇ ਬਹੁਤ ਹੀ ਇੰਪੋਰਟੈਂਟ ਇੱਕ ਟੌਪਿਕ ਹੈਗਾ ਆਟੋਮੇਸ਼ਨ। ਡੇਲੀ ਲਾਈਫ ਦੇ ਵਿੱਚ ਅਸੀਂ ਇੱਕ ਬਾਰ-ਬਾਰ ਸ਼ਬਦ ਯੂਜ਼ ਕਰਦੇ ਹਾਂ ਆਟੋਮੇਸ਼ਨ ਜਾਂ ਆਟੋਮੈਟਿਕ। ਸਿਮਿਲਰਲੀ ਜਦੋਂ ਅਸੀਂ ਇੰਡਸਟਰੀ ਜੁਆਇਨ ਕਰ ਲਈ ਆ ਜਾਂ ਇੰਡਸਟਰੀ ਜੁਆਇਨ ਕਰਨੀ ਆ, ਸੋ ਉੱਥੇ ਜਾ ਕੇ ਸਾਨੂੰ ਆਟੋਮੇਸ਼ਨ ਵਰਡ ਬਹੁਤ ਜ਼ਿਆਦਾ ਸੁਣਨ ਨੂੰ ਮਿਲੇਗਾ ਔਰ ਅਸੀਂ ਲੋਕਾਂ ਨੇ ਆਟੋਮੇਸ਼ਨ ਦੇ ਵਿੱਚ ਹੀ ਕੰਮ ਕਰਨਾ। ਮੈਂ ਇੱਕ ਐਗਜ਼ਾਮਪਲ ਤੋਂ ਸਟਾਰਟ ਕਰਾਂਗਾ ਥੋੜਾ ਜਿਹਾ ਆਟੋਮੇਸ਼ਨ ਨੂੰ, ਫਿਰ ਤੁਹਾਨੂੰ ਮੈਂ ਥੋੜਾ ਐਕਸਪਲੇਨ ਕਰਦਾ ਹਾਂ ਕਿ ਕਿਸ ਤਰੀਕੇ ਨਾਲ ਮੈਂ ਡੈਫੀਨੇਸ਼ਨ ਇਹਦੀ ਤਿਆਰ ਕੀਤੀ ਹੈ ਤੁਹਾਡੇ ਲਈ ਆਟੋਮੇਸ਼ਨ ਦੀ। ਸੋ ਸੇ ਇੱਕ ਵਰਕਰ ਨੇ ਕੋਈ ਹੈਵੀ ਲੋਡ ਲਿਫਟ ਕਰਨਾ ਆ ਤੇ ਉਹਦੇ 2 ਤਰੀਕੇ ਨੇ ਲਿਫਟ ਕਰਵਾਉਣ ਦੇ। ਜਾਂ ਤਾਂ ਮੈਂ 3-4 ਹੋਰ ਮੈਨ ਪਾਵਰ ਲੈ ਕੇ ਉਹਦੀ ਪਿੱਠ ਦੇ ਉੱਤੇ ਸਮਾਨ ਰੱਖ ਦੇਵਾਂ ਔਰ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਉਹ ਸਮਾਨ ਨੂੰ ਸ਼ਿਫਟ ਕਰ ਦੇਵੇ ਔਰ ਜਾ ਕੇ ਰੱਖ ਦੇ। ਕੀ ਹੋਏਗਾ, 1 ਘੰਟੇ ਦੇ ਵਿੱਚ 10 ਜਾਂ 15 ਕੰਪੋਨੈਂਟਸ, ਹੈਵੀ ਕੰਪੋਨੈਂਟਸ ਨੂੰ ਚੱਕ ਕੇ ਉਹ ਸ਼ਿਫਟ ਕਰ ਦੇਗਾ। ਉਸ ਤੋਂ ਬਾਅਦ ਉਹ ਫਿਜ਼ੀਕਲੀ ਬਹੁਤ ਜ਼ਿਆਦਾ ਟਾਇਰਡ ਹੋ ਜਾਏਗਾ ਔਰ ਉਹਦੀ ਐਫੀਸ਼ੀਐਂਸੀ ਜਿਹੜੀ ਆ ਉਹ ਨਹੀਂ ਨਿਕਲ ਪਾਏਗੀ। ਸੋ ਜੇ ਮੈਂ ਉਸ ਜਗ੍ਹਾ ਦੇ ਉੱਤੇ ਪ੍ਰੋਪਰ ਲਿਫਟਿੰਗ ਇਕਵਿਪਮੈਂਟ ਰੱਖ ਦੇਵਾਂ ਜਿਹੜੇ ਆਰਾਮ ਦੇ ਨਾਲ ਉਸ ਹੈਵੀ ਕੰਪੋਨੈਂਟਸ ਨੂੰ ਚੱਕ ਦੇਣ ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸ਼ਿਫਟ ਕਰਨ ਦੇ ਲਈ ਮੈਂ ਜੇ ਉਹਨੂੰ ਪ੍ਰੋਪਰ ਕਨਵੇਅਰਸ ਦੇ ਉੱਤੇ ਰੱਖ ਦੇਵਾਂ ਜਾਂ ਕੋਈ ਫੋਕ ਲਿਫਟ ਵਗੈਰਾ ਯੂਜ਼ ਕਰ ਲਵਾਂ ਤਾਂ ਜੋ ਉਹਦੀ ਮੂਵਮੈਂਟ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਈਜ਼ੀਲੀ ਹੋ ਸਕੇ ਤੇ ਮੇਰੇ ਜਿਹੜਾ ਕਾਫੀ ਜਿਹੜੇ ਵਰਕਰ ਦੇ ਐਫਰਟਸ ਹੈਗੇ ਉਹ ਰਿਡਿਊਸ ਹੋ ਜਾਣਗੇ। ਨੰਬਰ 1। ਨੰਬਰ 2, ਮੈਂ ਮਸ਼ੀਨ ਦੇ ਉੱਤੇ ਕਿਸੇ ਵਰਕਰ ਨੂੰ ਕੰਮ ਕਰਨ ਦੇ ਲਈ ਕੁਝ ਮੈਜਰਮੈਂਟ ਕਰਨ ਦੇ ਲਈ ਦੇਤਾ। ਸੇ ਉਹਨੇ ਕੋਈ ਕੰਪੋਨੈਂਟ ਤਿਆਰ ਕਰਨੇ, ਉਹਨਾਂ ਦੀ ਲੈਂਥ ਜਿਹੜੀ ਹੈਗੀ ਆ, ਮੈਂ ਉਹਨੂੰ ਕੋਈ ਵਰਕ ਪੀਸ ਦੇਤਾ 100 mm ਉਹਨੇ ਜਿਹੜਾ ਆ ਮੇਰਾ ਪੀਸ ਜਿਹੜੀ ਲੈਂਥ ਤਿਆਰ ਕਰਨੀ ਆ। ਕੀ ਹੋਏਗਾ, ਮੈਂ ਉਹਨੂੰ ਇੱਕ ਸਿੰਪਲ ਮੈਜਰਿੰਗ ਟੇਪ ਦੇਤੀ ਕੰਮ ਕਰਨ ਦੇ ਲਈ। ਉਹ ਕੀ ਕਰੇਗਾ, ਪਹਿਲਾਂ ਮੈਜਰ ਕਰੇਗਾ ਫਿਰ ਕੱਟ ਕਰੇਗਾ, ਮੈਜਰ ਕਰੇਗਾ ਕੱਟ ਕਰੇਗਾ। ਬਾਰ-ਬਾਰ ਕੀ ਹੋਏਗਾ, ਉਹ ਕਦੀ 99 ਕਰ ਦੇਗਾ, ਕਦੀ 98 ਕਰ ਦੇਗਾ, ਕਦੀ 102 ਕਰ ਦੇਗਾ। ਸੋ ਵੇਰੀਏਸ਼ਨਸ ਆ ਜਾਣਗੀਆਂ ਲੈਂਥ ਦੇ ਵਿੱਚ। ਸੋ ਇਹ ਜਿਹੜੀ ਮੈਜਰਮੈਂਟ ਵਰਕਰ ਕਰਦਾ ਪਿਆ ਆ, ਇਹਦੇ ਤੇ ਕਈ ਫੈਕਟਰ ਮੈਟਰ ਕਰਦੇ ਨੇ। ਇੱਕ ਤਾਂ ਉਹਦੀ ਉਸ ਟੂਲ ਨੂੰ ਯੂਜ਼ ਕਰਨ ਦੀ ਸਕਿੱਲ ਕਿੰਨੀ ਜ਼ਿਆਦਾ ਹੈਗੀ ਆ, ਦੂਸਰਾ ਉਹ ਕਿੰਨਾ ਕੁ ਟਾਇਰਡ ਹੋ ਚੁੱਕਾ, ਕਿੰਨਾ ਕੁ ਕੰਮ ਕਰਦਾ, ਉਹਨੂੰ ਕਿੰਨਾ ਕੁ ਲੰਬਾ ਅਰਸਾ ਕੰਮ ਕਰਦੇ ਨੂੰ 8-10 ਘੰਟੇ ਹੋ ਗਿਆ। ਇਟ ਡਿਪੈਂਡਸ ਅਪਨ ਦੀ ਲੈਂਥ, ਵਰਕਿੰਗ ਲੈਂਥ ਆਫ ਦੀ ਆਪਰੇਟਰ, ਔਰ ਕਿੰਨਾ ਕੁ ਜ਼ਿਆਦਾ ਉਹ ਟਾਇਰਡ ਆ। ਜਿੰਨਾ ਜ਼ਿਆਦਾ ਉਹ ਟਾਇਰਡ ਹੋ ਜਾਏਗਾ, ਜਿੰਨਾ ਜ਼ਿਆਦਾ ਉਹ ਫਰਸਟ੍ਰੇਟਿਡ ਹੋ ਜਾਏਗਾ, ਉਨੇ ਜ਼ਿਆਦਾ ਉਹਦੇ ਐਰਰ ਇਨਕਰੀਜ਼ ਹੋ ਜਾਣਗੇ। ਹੁਣ ਜੋ ਮੈਂ ਕਿਸੇ ਤਰ੍ਹਾਂ ਦੀ ਕੋਈ ਆਟੋਮੇਸ਼ਨ ਉੱਥੇ ਲਗਾਤੀ, ਸੇ ਮੈਂ ਕੋਈ ਸਟਾਪਰ ਲਗਾਤਾ, ਕੋਈ ਲੈਂਥ ਮੈਜਰਮੈਂਟ ਦੇ ਲਈ ਮੈਂ ਕੋਈ ਸੈਂਸਰ ਯੂਜ਼ ਕਰ ਲਿਆ, ਉਹ ਉੱਥੇ ਆ ਕੇ ਆਪਣੇ ਆਪ ਹੀ ਉਨੀ ਲੈਂਥ ਆ ਜਾਵੇ ਔਰ ਉਸ ਤੋਂ ਬਾਅਦ ਕਟਿੰਗ ਹੋ ਜਾਵੇ। ਕੀ ਹੋਏਗਾ,
ਉਹਦੇ ਨਾਲ ਵਰਕਰ ਦੀ ਮੈਂਟਲ ਐਫਰਟਸ ਰਿਡਿਊਸ ਹੋ ਜਾਣਗੇ, ਉਹਨੂੰ ਬਾਰ-ਬਾਰ ਨਾਪਣ ਦੀ ਜ਼ਰੂਰਤ ਨਹੀਂ ਪੈਣੀ। ਸੋ ਮੈਂ ਡੈਫੀਨੇਸ਼ਨ ਤੁਹਾਡੀ ਬੁੱਕ ਦੇ ਵਿੱਚ ਨਹੀਂ ਹੈ, ਮੈਂ ਥੋੜੀ ਤਿਆਰ ਕੀਤੀ ਡੈਫੀਨੇਸ਼ਨ ਹੈ, ਸਾਰਿਆਂ ਨੇ ਬੱਚਿਆਂ ਨੇ ਨੋਟ ਕਰ ਲੈਣੀ ਜਿਹੜੇ ਸਟੂਡੈਂਟਸ ਬੈਠੇ ਹੋਏ ਨੇ। ਸੋ ਇਟ ਇਜ਼ ਡਿਫਾਈਨਡ ਐਜ਼ ਦੀ ਰਿਪਲੇਸਮੈਂਟ ਆਫ So it is defined as the replacement of muscular and mental efforts of human beings by the use of mechanical, electrical, electronics, pneumatics and hydraulic components. So है कि automation आ ਅਸੀਂ ਆਪਣੇ muscular ਤੇ mental effort ਜਿੱਦਾਂ ਮੈਂ example ਦਿੱਤੀ ਆ, ਕਿਸੇ ਵੀ worker human beings ਦੇ ਜਿੱਥੇ ਅਸੀਂ mental ਤੇ ਮਸਕੂਲਰ ਐਫਰਟਸ ਫਿਜ਼ੀਕਲ ਐਫਰਟਸ ਨੂੰ ਰਿਪਲੇਸ ਕਰਦੇ ਪਏ ਆ। ਰਿਪਲੇਸ ਕਿਹਦੇ ਨਾਲ ਕਰਨਾ? ਕਿਸੇ ਵੀ ਤਰ੍ਹਾਂ ਦੇ ਮੈਂ ਮਕੈਨੀਕਲ ਕੰਪੋਨੈਂਟਸ ਯੂਜ਼ ਕਰ ਲਵਾਂ, ਕੋਈ ਇਲੈਕਟ੍ਰੀਕਲ ਕੰਪੋਨੈਂਟਸ ਯੂਜ਼ ਕਰ ਲਾਂ, ਇਲੈਕਟ੍ਰੀਕਲ ਕੰਪੋਨੈਂਟਸ ਯੂਜ਼ ਕਰ ਲਵਾਂ, ਨਿਊਮੈਟਿਕਸ ਐਂਡ ਹਾਈਡ੍ਰੋਲਿਕਸ ਅੱਗੇ ਜਾ ਕੇ ਆਪਾਂ ਤੁਹਾਡੇ ਕਾਫੀ ਜਿਹੜੀਆਂ ਮਕੈਨੀਕਲ ਟ੍ਰੇਡਸ ਹੈਗੀਆਂ ਉਹਨਾਂ ਦੇ ਵਿੱਚ ਇਹ ਸਿਲੇਬਸ ਕਵਰ ਆ। ਨਿਊਮੈਟਿਕਸ ਐਂਡ ਹਾਈਡ੍ਰੋਲਿਕਸ ਇੱਥੇ ਮੈਂ ਜ਼ਿਆਦਾ ਇਲੈਬੋਰੇਟ ਇਹਨੂੰ ਨਹੀਂ ਕਰ ਸਕਦਾ, ਬਟ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਜਿਹੜੀ ਵੀ ਮਸ਼ੀਨਰੀ 에ਅਰ ਫੋਰਸ ਦੇ ਨਾਲ ਆਪਰੇਟ ਹੁੰਦੀ ਆ ਉਹਨੂੰ ਨਿਊਮੈਟਿਕਸ ਕਿਹਾ ਜਾਂਦਾ, ਜਿਹੜੀ ਕਿਸੇ ਫਲੂਇਡ ਫੋਰਸ ਦੇ ਨਾਲ ਆਪਰੇਟ ਹੁੰਦੀ ਉਹਨੂੰ ਹਾਈਡ੍ਰੋਲਿਕ ਮਸ਼ੀਨਰੀ ਕਿਹਾ ਜਾਂਦਾ। ਸੋ ਜਿਹੜੇ ਇਹ ਜਿੰਨੇ ਵੀ ਕੰਪੋਨੈਂਟਸ ਮੈਂ ਗੱਲ ਕੀਤੀ ਹੈ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕ, ਨਿਊਮੈਟਿਕਸ ਐਂਡ ਹਾਈਡ੍ਰੋਲਿਕ, ਇਹਨਾਂ ਕੰਪੋਨੈਂਟਸ ਨੂੰ ਯੂਜ਼ ਕਰਕੇ ਜੇ ਮੈਂ ਕਿਸੇ ਹਿਊਮਨ ਬੀਇੰਗਸ ਦੀ ਫਿਜ਼ੀਕਲ ਤੇ ਮੈਂਟਲ ਐਫਰਟਸ ਨੂੰ ਰਿਡਿਊਸ ਕਰਨਾ, ਉਹਨੂੰ ਆਪਾਂ ਆਟੋਮੇਸ਼ਨ ਕਹਿੰਦੇ। ਬੁੱਕ 'ਚ ਤੁਹਾਡੇ 'ਚ ਨਹੀਂ ਹੈਗੀ, ਇਹ ਤੁਸੀਂ ਡੈਫੀਨੇਸ਼ਨ ਲਰਨ ਕਰਨੀ ਆ, ਬਿਕੋਜ਼ ਮੇਰੇ ਜਿਹੜੇ ਟ੍ਰੇਨੀ ਇਸ ਕਲਾਸ 'ਚ ਬੈਠੇ ਹੋਏ ਨੇ ਉਹਨਾਂ ਨੇ ਜਦੋਂ ਇੰਡਸਟਰੀ 'ਚ ਜਾ ਕੇ ਇੰਟਰਵਿਊ ਦੇਣੀ ਆ ਉਹਦੇ 'ਚ ਕਈ ਵਾਰੀ ਇਹ ਪੁੱਛ ਲਿਆ ਜਾਂਦਾ ਤੁਹਾਡੇ ਕੋਲੋਂ ਕਿ ਆਟੋਮੇਸ਼ਨ ਕੀ ਹੁੰਦੀ ਆ, ਦੈਨ ਯੂ ਸ਼ੁੱਡ ਬੀ ਏਬਲ ਕਿ ਆਪਾਂ ਉਸ ਆਟੋਮੇਸ਼ਨ ਨੂੰ ਡਿਫਾਈਨ ਕਰ ਦਈਏ। ਨਾਰਮਲੀ ਜਿਹੜੇ ਆਪਣੇ ਕੋਈ ਵੀ ਇੰਟਰਵਿਊਅਰ ਹੈਗਾ ਜਾਂ ਇੰਟਰਵਿਊ ਦੇਣ ਵਾਲਾ ਜਿਹੜਾ ਹੈਗਾ ਉਹ ਕਈ ਵਾਰੀ ਇਸ ਟਰਮ ਨੂੰ ਡਿਫਾਈਨ ਨਹੀਂ ਕਰ ਪਾਉਂਦਾ। ਸੋ ਡੈਫੀਨੇਸ਼ਨ ਇਹਦੀ ਜ਼ਰੂਰ ਸਾਰਿਆਂ ਨੇ ਕਰ ਲੈਣੀ। ਨੈਕਸਟ ਹੁਣ ਆਪਾਂ ਦੇਖੀਏ ਜਿੱਥੇ ਆਪਾਂ ਆਟੋਮੇਸ਼ਨ ਨੂੰ ਦਿੰਨੇ ਆ ਵਰਕਰ ਨੂੰ ਕੰਮ ਕਰਨ ਨੂੰ, ਉੱਥੇ ਉਹਦੇ ਐਡਵਾਂਟੇਜਸ ਕੀ ਹੋਣਗੇ। ਆਟੋਮੇਸ਼ਨ ਜਿੱਥੇ ਜਾਵਾਂਗੇ ਅਸੀਂ ਉੱਥੇ ਲੇਬਰ ਸੇਵ ਹੋਏਗੀ, એનર્ਜੀ ਸੇਵ ਹੋਏਗੀ ਔਰ ਮਟੀਰੀਅਲ ਸੇਵ ਹੋਏਗਾ। ਤਿੰਨ ਚੀਜ਼ਾਂ ਸੇਵ ਹੁੰਦੀਆਂ ਨੇ ਆਟੋਮੇਸ਼ਨ ਦੇ ਉੱਤੇ। ਲੇਬਰ ਹੋਗੀ, ਜਿੱਦਾਂ ਮੈਂ ਗੱਲ ਕੀਤੀ ਸੀ ਬੈਗ ਚੱਕਿਆ, 2 ਬੰਦਿਆਂ ਨੇ ਰੱਖਿਆ, 1 ਬੰਦਾ ਲੈ ਕੇ ਗਿਆ, 3 ਬੰਦੇ ਲੱਗੇ। ਔਰ ਜੇ ਮੈਂ ਆਟੋਮੇਸ਼ਨ ਪ੍ਰੋਵਾਈਡ ਕੀਤੀ ਹੈ ਤਾਂ ਮੇਰਾ ਉੱਥੇ ਇੱਕ ਮੈਨ ਪਾਵਰ ਹੀ ਚਾਹੀਦੀ ਹੈ, ਜਾਂ ਆਟੋਮੈਟਿਕ ਲਗਾਤਾ, ਕੋਈ ਵੀ ਲੇਬਰ ਨਹੀਂ ਹੈ, ਲੇਬਰ ਰਿਡਿਊਸ ਕਰਤੀ, એનર્ਜੀ ਰਿਡਿਊਸ ਕਰਤੀ ਔਰ ਮਟੀਰੀਅਲ ਰਿਡਿਊਸ ਕਰਤਾ। ਕੁਆਲਿਟੀ ਇੰਪਰੂਵ ਹੋ ਗਈ, ਜਿਵੇਂ ਮੈਂ ਗੱਲ ਕੀਤੀ ਸੀ 100 mm ਦਾ ਮੈਂ ਕੋਈ ਕੰਪੋਨੈਂਟ ਕੱਟ ਕਰਨਾ ਸੀ, ਮੈਂ ਉੱਥੇ ਕੋਈ ਕਿਸੇ ਤਰ੍ਹਾਂ ਦੀ ਆਟੋਮੇਸ਼ਨ ਲਗਾਤੀ, ਸੈਂਸਰਸ ਲਗਾਤੇ, ਹਰ ਵਾਰ ਮੇਰਾ 100 mm ਹੀ ਪੀਸ ਕੱਟਿਆ ਜਾਏਗਾ, ਐਕੂਰੇਸੀ ਇਨਕਰੀਜ਼ ਹੋ ਜਾਏਗੀ। ਔਰ ਇਹ ਦੋ ਚੀਜ਼ਾਂ ਕੁਆਲਿਟੀ ਐਂਡ ਐਕੂਰੇਸੀ ਜੇ ਇਨਕਰੀਜ਼ ਮੇਰੀ ਹੋਗੀ ਤੇ ਪ੍ਰੋਡਕਟਿਵਿਟੀ ਮੇਰੀ ਆਪਣੇ ਆਪ ਹੀ ਇਨਕਰੀਜ਼ ਹੋ ਜਾਏਗੀ। ਔਰ ਪ੍ਰੋਡਕਟਿਵਿਟੀ ਦੀ ਹੀ ਆਪਾਂ ਮੇਨ ਗੱਲ ਕਰਦੇ ਪਏ। ਇੰਪਰੂਵਸ ਕੰਸਿਸਟੈਂਸੀ ਆਫ ਪ੍ਰੋਸੈਸ ਔਰ ਪ੍ਰੋਡਕਟ। ਇਹ ਕੀ ਕਹਿੰਦਾ ਕੰਸਿਸਟੈਂਸੀ ਤੋਂ? ਹੁਣ ਆਪਾਂ ਮਤਲਬ ਦੇਖੀਏ ਕੰਸਿਸਟੈਂਸੀ ਦਾ ਕੀ ਮਤਲਬ? ਲਗਾਤਾਰਤਾ। ਇਹ ਇੱਕ ਤਰ੍ਹਾਂ ਦਾ ਪ੍ਰੋਸੈਸ ਜਿਹੜਾ ਆਪਾਂ ਉਹ ਕਰਨਾ ਜਾਂ ਇੱਕ ਤਰ੍ਹਾਂ ਦਾ ਪ੍ਰੋਡਕਟ ਆਪਾਂ ਤਿਆਰ ਕਰਨਾ। ਹੁਣ ਇੰਡਸਟਰੀ ਦੇ ਵਿੱਚ ਨਾਰਮਲੀ ਕੀ ਹੁੰਦਾ ਆ, ਜਦੋਂ ਮੈਨੂਅਲ ਵਰਕ ਕੀਤੇ ਜਾਂਦੇ ਆ ਉਹਦੇ ਵਿੱਚ ਵਰਕਰ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਦੇ ਨਾਲ ਪ੍ਰੋਸੈਸਿਸ ਨੂੰ ਯੂਜ਼ ਕਰਦਾ, ਜਿੰਨੀ ਕੁ ਉਹਦੀ ਆਪਣੀ ਸਕਿੱਲ ਆ, ਜਿੰਨਾ ਕੁ ਉਹਨੂੰ ਆਪਣੀ ਸਮਝ ਹੈ, ਜਿੰਨੀ ਉਹਦੀ ਆਪਣੀ ਨੌਲੇਜ ਆ। ਉਹਦੇ ਨਾਲ ਕੀ ਹੁੰਦਾ, ਹਰ ਇੱਕ ਬੰਦੇ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੋਏਗਾ। ਜੇ ਹਰ ਇੱਕ ਬੰਦੇ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਆ ਤੇ ਓਬਵੀਅਸ ਹੈਗਾ ਕਿ ਕੋਈ ਬੰਦਾ ਬਹੁਤ ਵਧੀਆ ਕੁਆਲਿਟੀ ਪ੍ਰੋਡਿਊਸ ਕਰ ਰਿਹਾ ਔਰ ਕੋਈ ਬੰਦਾ ਬਹੁਤ ਘਟੀਆ ਕੁਆਲਿਟੀ ਪ੍ਰੋਡਿਊਸ ਕਰ ਰਿਹਾ। ਸੋ ਇਹਦੇ ਨਾਲ ਕੰਸਿਸਟੈਂਸੀ ਨਹੀਂ ਆਉਂਦੀ। ਔਰ ਪ੍ਰੋਡਕਟ ਦੀ ਕੰਸਿਸਟੈਂਸੀ ਓਬਵੀਅਸ ਹੈਗਾ, ਜੇ ਪ੍ਰੋਸੈਸਿਸ ਮੇਰੀਆਂ ਕੰਟਰੋਲ 'ਚ ਨਹੀਂ ਹੈਗੀਆਂ ਤਾਂ ਪ੍ਰੋਡਕਟ ਵੀ ਕਦੀ ਮੇਰਾ ਕੰਟਰੋਲ 'ਚ ਨਹੀਂ ਰਹੇਗਾ। ਸੋ ਜੇ ਮੈਂ ਆਟੋਮੇਸ਼ਨ ਪ੍ਰੋਵਾਈਡ ਕਰ ਦਿੰਦਾ, ਇਹ ਇੰਪਰੂਵ ਹੋਏਗੀ ਮੇਰੀ ਕੰਸਿਸਟੈਂਸੀ ਆਫ ਪ੍ਰੋਸੈਸਿੰਗ ਪ੍ਰੋਡਕਟਸ, ਜਿਹਦੇ ਨਾਲ ਮੇਰੀ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਨੈਕਸਟ ਇਜ਼ ਇਕਨੋਮਿਕ ਇੰਪਰੂਵਮੈਂਟ। ਓਬਵੀਅਸ ਹੈਗਾ, ਜੇ ਮੇਰੀ ਪ੍ਰੋਡਕਟਿਵਿਟੀ ਇਨਕਰੀਜ਼ ਹੋ ਗਈ ਆਟੋਮੇਸ਼ਨ ਪ੍ਰੋਵਾਈਡ ਕਰਨ ਦੇ ਨਾਲ ਤੇ ਮੇਰੀ ਜਿਹੜੀ ਹੈਗੀ ਆ ਇਕਨੋਮਿਕ ਇੰਪਰੂਵਮੈਂਟ ਵੀ, ਕੰਪਨੀ ਜਿਹੜੀ ਆ ਮੇਰੀ ਪ੍ਰੋਫਿਟ 'ਚ ਆ ਜਾਏਗੀ। ਕੰਪਨੀ ਮੇਰੀ ਪ੍ਰੋਫਿਟ 'ਚ ਆ ਗਈ ਤੇ ਮੈਨੂੰ ਇਕਨੋਮਿਕ ਬੈਨੀਫਿਟਸ ਹੋ ਗਏ। ਨੈਕਸਟ ਇਜ਼ ਅਸੀਂ ਡਿਸਕਸ ਕਰਦੇ ਹਾਂ ਹਾਊ ਆਟੋਮੇਸ਼ਨ ਇੰਪਰੂਵਸ ਪ੍ਰੋਡਕਟਿਵਿਟੀ। ਆਟੋਮੇਸ਼ਨ ਨੇ ਪ੍ਰੋਡਕਟਿਵਿਟੀ ਨੂੰ ਕਿਹੜੇ ਤਰੀਕੇ ਨਾਲ ਇੰਪਰੂਵ ਕਰ ਦਿੱਤਾ? ਬਹੁਤ ਇੰਪੋਰਟੈਂਟ ਪੁਆਇੰਟ ਨੇ, ਤੁਸੀਂ ਸੁਣਨੇ, ਬਾਈ ਰਿਡਿਊਸਿੰਗ ਸਾਈਕਲ ਟਾਈਮ। ਕਿਸੇ ਵੀ ਮਸ਼ੀਨ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਪ੍ਰੋਸੈਸਿਸ ਨੂੰ ਜੋੜ ਕੇ ਇੱਕ ਪੂਰਾ ਸਾਈਕਲ ਹੁੰਦਾ,
ਹੁਣ ਮਸ਼ੀਨ ਦਾ ਕੋਈ ਇਸੇ ਆਪਾਂ ਉਹਨੂੰ ਬੈਂਡ ਕਰਨਾ ਆ, ਬੈਂਡ ਕਰਾਂਗੇ, ਪਹਿਲਾਂ ਉਹਦੀ ਕਲੈਂਪਿੰਗ ਹੋਏਗੀ, ਫਿਰ ਦੂਸਰੀ ਆਰਮ ਆਏਗੀ ਉਹਦੇ ਤੇ ਸਟ੍ਰਾਈਕ ਕਰੇਗੀ, ਤੀਸਰੀ ਆਰਮ ਆਏਗੀ ਉਹਨੂੰ ਰੋਟੇਟ ਕਰੇਗੀ। ਸੋ ਉਹ ਪੂਰਾ ਜਿਹੜਾ ਪ੍ਰੋਸੈਸ ਮੇਰਾ ਕੋਇਲਿੰਗ ਦਾ ਹੈਗਾ ਆ, ਉਹ 3-4 ਪ੍ਰੋਸੈਸਿਸ ਨੂੰ ਜੋੜ ਕੇ ਇੱਕ ਪ੍ਰੋਸੈਸ ਬਣਦੀ। ਸੋ ਜਿੱਥੇ ਮੈਂ ਆਟੋਮੇਸ਼ਨ ਲਗਾਤੀ, ਹੁਣ ਮੈਨੂਅਲੀ ਕਰਦੇ ਪਏ ਆ, ਪਹਿਲਾਂ ਉਹ ਉਹਨੂੰ ਮੈਨੂਅਲ ਫੋਰਸ ਨਾਲ ਰੋਟੇਟ ਕਰੇਗਾ। ਇਟ ਡਿਪੈਂਡਸ ਅਪਨ ਕਿ ਹਰ ਇੱਕ ਬੰਦੇ ਦੇ ਵਿੱਚ ਮੈਨ ਪਾਵਰ ਦੇ ਵਿੱਚ ਕਿੰਨੀ ਕੁ ਫੋਰਸ ਹੈਗੀ ਆ, ਕੋਈ ਜਲਦੀ ਕਰੇਗਾ, ਕੋਈ ਉਹਨੂੰ ਦੇਰ ਲਗਾ ਕੇ ਕਰੇਗਾ ਬੈਂਡ। ਸੋ ਜਿੱਥੇ ਮੈਂ ਆਟੋਮੇਸ਼ਨ ਲਗਾਤੀ ਉੱਥੇ ਸਾਰਾ ਜਿਹੜਾ ਮੇਰਾ ਪ੍ਰੋਸੈਸ ਹੈਗਾ ਅੰਡਰ ਕੰਟਰੋਲ ਰਹੇਗਾ। ਸੋ ਇਹਦੇ ਨਾਲ ਸਾਈਕਲ ਟਾਈਮ ਰਿਡਿਊਸ ਹੋ ਜਾਂਦਾ। ਜੇ ਸਾਈਕਲ ਟਾਈਮ ਰਿਡਿਊਸ ਹੋ ਗਿਆ ਤੇ ਮੇਰੀ ਪ੍ਰੋਡਕਸ਼ਨ ਇਨਕਰੀਜ਼ ਹੋਗੀ, ਪ੍ਰੋਡਕਸ਼ਨ ਇਨਕਰੀਜ਼ ਹੋਗੀ, ਮੇਰੀ ਪ੍ਰੋਡਕਟਿਵਿਟੀ ਇਨਕਰੀਜ਼ ਹੋਗੀ ਬਾਈ ਇੰਸਟਾਲਿੰਗ ਵੇਅਰ ਹਾਈ ਡਿਗਰੀ ਆਫ ਐਕੂਰੇਸੀ ਇਜ਼ ਰਿਕੁਆਇਰਡ। ਹੁਣ ਹਾਈ ਡਿਗਰੀ ਆਫ ਐਕੂਰੇਸੀ ਇਜ਼ ਰਿਕੁਆਇਰਡ ਦਾ ਮਤਲਬ ਹੈਗਾ ਆ ਜਿਹੜੀ ਜਗ੍ਹਾ ਦੇ ਉੱਤੇ ਮੈਨੂੰ ਬਹੁਤ ਜ਼ਿਆਦਾ ਐਕੂਰੇਸੀ ਦੀ ਜ਼ਰੂਰਤ ਹੈ, ਜਿੱਥੇ ਮੈਂ ਮੈਨੂਅਲੀ ਕੰਮ ਕਰਾਂਗਾ ਉੱਥੇ ਐਰਰ ਆ ਸਕਦੇ ਆ, ਉੱਥੇ ਮੈਨੂੰ ਜਿਹੜੀ ਆ ਆਟੋਮੇਸ਼ਨ ਲਗਾਣੀ ਪਏਗੀ, ਔਰ ਆਟੋਮੇਸ਼ਨ ਲਗਾਵਾਂਗਾ, ਆਟੋਮੇਸ਼ਨ ਉੱਥੇ ਅਪਲਾਈ ਕਰਾਂਗਾ ਔਰ ਮੇਰੀ ਪ੍ਰੋਡਕਟਿਵਿਟੀ ਜਿਹੜੀ ਇਨਕਰੀਜ਼ ਹੋਏਗੀ। ਹੁਣ ਜਿਵੇਂ ਅਸੀਂ ਸਿੰਪਲ ਟਰਨਿੰਗ ਮਸ਼ੀਨ ਨੂੰ ਯੂਜ਼ ਕਰਦੇ ਆ, ਖਰਾਦ ਯੂਜ਼ ਕਰਦੇ ਆ, ਉਹਦੇ ਤੇ ਜੇ ਮੈਂ ਕੋਈ ਰੇਡੀਅਸ ਜਾਂ ਕੋਈ ਕੋਇਲ ਜਾਂ ਕੋਈ ਬਾਲ ਤਿਆਰ ਕਰਨੀ ਆ ਤੇ ਉਹ ਇੰਨਾ ਈਜ਼ੀ ਨਹੀਂ ਹੈਗਾ ਕਿ ਹਰ ਇੱਕ ਜਿਹੜਾ ਟਰਨਰ ਹੈਗਾ ਆ ਉਸ ਚੀਜ਼ ਨੂੰ, ਉਹਦੀ ਜਿਹੜੀ ਰੇਡੀਅਸ ਹੈਗਾ ਉਹਨੂੰ ਮੇਨਟੇਨ ਕਰਦੇ। ਫਿਰ ਸਾਨੂੰ ਕੀ ਕਰਨਾ ਪਏਗਾ, CNC ਮਸ਼ੀਨਸ, CNC ਟਰਨਿੰਗ ਤੇ ਜਾਣਾ ਪਏਗਾ ਤਾਂ ਜੋ ਉੱਥੇ ਪ੍ਰੋਪਰ ਆਪਾਂ ਪ੍ਰੋਗਰਾਮਿੰਗ ਕਰਕੇ ਉਹਦੀ ਪ੍ਰੋਪਰ ਆਰਕ ਬਣਾ ਸਕੀਏ। ਸੋ ਜਿੱਥੇ ਹਾਈ ਡਿਗਰੀ ਆਫ ਐਕੂਰੇਸੀ ਇਜ਼ ਰਿਕੁਆਇਰਡ ਆ, ਉੱਥੇ ਆਪਾਂ ਆਟੋਮੇਸ਼ਨ ਨੂੰ ਜੇ ਅਪਲਾਈ ਕਰਾਂਗੇ ਤਾਂ ਉਹਦੇ ਨਾਲ ਪ੍ਰੋਡਕਟਿਵਿਟੀ ਇਨਕਰੀਜ਼ ਹੋ ਜਾਏਗੀ, ਕਿਉਂਕਿ ਰਿਜੈਕਸ਼ਨ ਨਹੀਂ। ਬਾਈ ਰਿਪਲੇਸਿੰਗ ਹਿਊਮਨ operators in task that involves hard physical work। ਮੈਂ ਪਹਿਲਾਂ ਵੀ ਥੋੜਾ ਜਿਹਾ ਐਕਸਪਲੇਨ ਕਰ ਦਿੱਤਾ ਹੈ ਤੁਹਾਨੂੰ ਕਿ ਜਿੱਥੇ ਜ਼ਿਆਦਾ ਫਿਜ਼ੀਕਲ ਫੋਰਸ ਲੱਗਦੀ ਪਈ ਆ, ਜਿੱਥੇ ਵਰਕਰ ਦਾ ਜ਼ੋਰ ਬਹੁਤ ਜ਼ਿਆਦਾ ਲੱਗਦਾ ਪਿਆ, ਉਹਦੇ ਐਫਰਟਸ ਬਹੁਤ ਜ਼ਿਆਦਾ ਹੁੰਦੇ ਆ ਲੱਗਦੇ ਪਏ, ਜੇ ਮੈਂ ਉੱਥੇ ਕਿਸੇ ਤਰ੍ਹਾਂ ਦੀ ਆਟੋਮੇਸ਼ਨ ਨੂੰ ਪ੍ਰੋਵਾਈਡ ਕਰ ਦਿੰਦਾ ਆ ਤੇ ਉੱਥੇ ਜਿਹੜੀ ਪ੍ਰੋਡਕਟਿਵਿਟੀ ਇਨਕਰੀਜ਼ ਕਰੇਗੀ। ਨੈਕਸਟ ਇਜ਼ ਰਿਪਲੇਸਿੰਗ ਹਿਊਮਨਸ ਇਨ ਟਾਸਕ ਡਨ ਇਨ ਡੇਂਜਰਸ ਇਨਵਾਇਰਮੈਂਟ। ਹੁਣ ਡੇਂਜਰਸ ਇਨਵਾਇਰਮੈਂਟ ਕੀ ਹੈ, ਜਿੱਥੇ ਹੈਜ਼ਾਰਡੀਅਸ ਪ੍ਰੋਸੈਸਿਸ ਹੈਗੀ, ਜਿੱਥੇ ਮੈਂ ਕੈਮੀਕਲਸ ਕੁਛ ਇਦਾਂ ਦੇ ਯੂਜ਼ ਕਰਦਾ ਪਿਆ ਜਿਹੜੇ ਵਰਕਰ ਨੂੰ ਦੀ ਇਲਨੈਸ ਦਾ ਕਾਰਨ ਬਣ ਸਕਦੇ ਆ। ਜਿਵੇਂ ਕੋਈ ਕੈਮੀਕਲ ਯੂਜ਼ ਕਰ ਲਿਆ, ਉਹਦੇ ਚ ਕੋਈ ਸਕਿਨ ਡੈਮੇਜ ਹੋ ਸਕਦੀ ਆ, ਜਾਂ ਕੁਛ ਇਦਾਂ ਦੇ ਫਿਊਮਸ ਹੈਗੇ ਆ, ਜਿਵੇਂ ਪੇਂਟ ਬੂਥ ਹੈਗੇ ਆ, ਪੇਂਟ ਬੂਥ ਦੇ ਵਿੱਚ ਵਰਕਰ ਪੇਂਟ ਕਰਦਾ ਪਿਆ ਆ। ਹੁਣ ਵਰਕਰ ਪੇਂਟ ਕਰਦਾ ਪਿਆ ਤੇ ਉੱਥੇ ਉਹਦੇ ਜਿਹੜੇ ਲੰਗਸ ਨੂੰ ਇਫੈਕਟ ਕਰੇਗਾ, ਜਿੱਥੇ